ਰਾਗਮਾਲਾ ਦੀ ਪੜਚੋਲ। ਲੇਖਕ ਗਿਆਨੀ ਗੁਰਬਚਨ ਸਿੰਘ ਪਨਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੀ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਸਾਡੇ ਆਗੂਆਂ ਵੱਲੋਂ ਕੌਮੀ ਮਸਲਿਆਂ ਨੂੰ ਲਟਕਾਇਆ ਜਾਂਦਾ ਰਿਹਾ ਹੈ। ਦੂਸਰਾ, ਬੌਧਿਕਤਾ ਦੀ ਕੋਈ ਘਾਟ ਨਹੀਂ ਸੀ, ਪਰ ਸਮੇਂ ਅਨੁਸਾਰ ਸਿਧਾਂਤ ਨੂੰ ਪਰਖਿਆ ਨਹੀਂ ਗਿਆ। ਤੀਸਰਾ, ਬੜੀ ਤਰਤੀਬ ਦੇ ਨਾਲ ਸਿੱਖ ਸਿਧਾਂਤ ਨੂੰ ਵਿਗਾੜਨ ਲਈ ਕਈ ਲਿਖਤਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਭੋਲੇ ਭਾਲੇ ਸਿੱਖ ਪੜ੍ਹਦੇ ਸੁਣਦੇ ਆ ਰਹੇ ਹਨ। ਸਮੇਂ ਨਾਲ ਅਜਿਹੀਆਂ ਲਿਖਤਾਂ ਸਿੱਖ ਸਿਧਾਂਤ ਦਾ ਹਿੱਸਾ ਹੀ ਜਾਪਣ ਲੱਗ ਪਈਆਂ। ਚੌਥਾ, ਜਦੋਂ ਵੀ ਕਦੇ ਵਿਚਾਰ ਦੀ ਗੱਲ ਤੁਰੀ ਹੈ ਤਾਂ ਕੁਝ ਵਿਦਵਾਨਾਂ ਨੇ ਆਪਣੀ ਪਕੜ ਮਜ਼ਬੂਤ ਕਰਨ ਲਈ ਸਿਧਾਂਤ ਨੂੰ ਹੀ ਨਕਾਰਿਆ ਹੈ। ਸਭ ਤੋਂ ਅਹਿਮ ਮੁੱਦਾ ਹੈ ਕਿ ਜਦੋਂ ਵੀ ਕਿਸੇ ਸਿੱਖ ਵਿਦਵਾਨ ਨੇ ਸਿੱਖ ਸਿਧਾਂਤ ਨੂੰ ਨਿਖੇੜਨ ਦਾ ਯਤਨ ਕੀਤਾ ਹੈ ਤਾਂ ਉਸ ਨੂੰ ਧਾਰਮਿਕ ਆਗੂਆਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਉਹ ਆਪਣੀ ਸਿਧਾਂਤਕ ਹੋਂਦ ਨੂੰ ਬਚਾ ਕੇ ਰੱਖਦੀ, ਪਰ ਇਹ ਉਹਨਾਂ ਵਿਦਵਾਨਾਂ ਤੇ ਰਾਜਨੀਤਿਕ ਲੋਕਾਂ ਦੀ ਭੇਟ ਚੜ੍ਹਦੀ ਰਹੀ ਜਿਹੜੇ ਸਿੱਖ ਸਿਧਾਂਤ ਨੂੰ ਹਿੰਦੂ ਵਿਚਾਰਧਾਰਾ ਵਿੱਚ ਪੇਸ਼ ਕਰਦੇ ਰਹੇ ਹਨ। ਕੁਝ ਕੁ ਮਿਸਾਲਾਂ ਸਮਝਣ ਵਾਲੀਆਂ ਹਨ। ਨੰਬਰ 1, 1936 ਵਿੱਚ ਤਿਆਰ ਹੋਈ ਰਹਿਤ ਮਰਜ਼ਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੋਗ ਭਾਵ ਸਮਾਪਤੀ ਮੁਦਾਵਣੀ ਤੇ ਲਿਖੀ ਹੋਈ ਸੀ, ਪਰ 1945 ਨੂੰ ਭਾਈ ਵੀਰ ਸਿੰਘ, ਪ੍ਰਿੰਸੀਪਲ ਜੋਧ ਸਿੰਘ ਅਤੇ ਕੁਝ ਡੇਰੇਦਾਰਾਂ ਵੱਲੋਂ ਗੁਰਬਾਣੀ ਪਾਠ ਦੀ ਸਮਾਪਤੀ ਰਾਗਮਾਲਾ ਤੇ ਕਰਨ ਦੀ ਜਿੱਦ ਕਾਰਨ ਸ਼੍ਰੋਮਣੀ ਕਮੇਟੀ ਨੇ ਦੁਬਾਰਾ ਫੈਸਲਾ ਕੀਤਾ ਕਿ ਭਾਵੇਂ ਰਾਗਮਾਲਾ ਕੋਈ ਪੜ੍ਹੇ ਜਾਂ ਨਾ ਪੜ੍ਹੇ, ਪਰ ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਕੋਈ ਹੀਆ ਨਾ ਕਰੇ। ਵੋਟਾਂ ਦੀ ਖਾਤਰ ਸੰਨ 1932 ਵਾਲੀ ਦ੍ਰਿੜਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1945 ਈਸਵੀ ਨੂੰ ਕਾਇਮ ਨਾ ਰੱਖ ਸਕੀ। ਨੰਬਰ 2, ਹੱਥ ਲਿਖਤ ਬੀੜਾਂ ਵਿੱਚ ਮੰਗਲਾਚਰਨ ਨੂੰ ਪਹਿਲ ਦਿੰਦਿਆਂ ਸੱਜੇ ਹੱਥ ਲਿਖਿਆ ਜਾਂਦਾ ਸੀ ਤੇ ਫਿਰ ਰਾਗ ਅਤੇ ਮਹੱਲਾ ਲਿਖਿਆ ਹੁੰਦਾ ਸੀ, ਪਰ ਜਦੋਂ ਛਾਪੇਖਾਨੇ ਦੁਆਰਾ ਬੀੜਾਂ ਛਪਣ ਲੱਗੀਆਂ ਤਾਂ ਰਾਗ ਤੇ ਮਹੱਲੇ ਦਾ ਨਾਮ ਪਹਿਲਾਂ ਆਉਣ ਕਰਕੇ ਮੰਗਲਾਚਰਨ ਬਾਅਦ ਵਿੱਚ ਲਿਖਿਆ ਜਾਣ ਲੱਗ ਪਿਆ। ਵਿਆਕਰਣਿਕ ਤੌਰ ਤੇ ਮੰਗਲਾਚਰਨ ਪਹਿਲਾਂ ਆਉਣਾ ਚਾਹੀਦਾ, ਜਿਹਾ ਕਿ ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਦਾ ਸੰਬੰਧ ਸ਼ਬਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾਲ ਨਹੀਂ ਹੈ। ਸੋ ਪੁਰਖ ਦਾ ਸੰਬੰਧ ਤਾਂ ਆਰੰਭ ਤੋਂ ਹੋ ਰਹੇ ਸ਼ਬਦ ਨਾਲ ਹੈ, ਪਰ ਇੱਥੇ ਇੰਜ ਸਮਝ ਆਉਂਦਾ ਹੈ ਜਿਵੇਂ ਸੋ ਪੁਰਖ ਦਾ ਸੰਬੰਧ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਲ ਹੋਵੇ। ਇੱਕ ਹੋਰ ਮਿਸਾਲ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਮੰਗਲਾਚਰਨ ਰੱਬੀ ਉਸਤਤ ਹੈ, ਜੋ ਕਿ ਵਿਆਕਰਣਿਕ ਤੌਰ ਤੇ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਸੀ, ਜਦ ਕਿ ਆਨੰਦ ਬਾਣੀ ਦਾ ਨਾਮ ਹੈ ਤੇ ਬਾਣੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੈ। ਇਹ ਗੁਰਬਾਣੀ ਦਾ ਵਿਆਕਰਣਿਕ ਪੱਖ ਸੀ, ਪਰ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਦੀ ਸਹੀ ਬਣਤਰ ਨਹੀਂ ਬਣਦੀ। ਵਿਦਵਾਨਾਂ ਦੀ ਰਾਏ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਬਾਰਾ ਮੰਗਲਾਚਰਨ ਦੀ ਤਰਤੀਬ ਨੂੰ ਸਹੀ ਕਰਕੇ ਬੀੜਾਂ ਛਾਪੀਆਂ ਜਾਂ ਡੇਰਾਵਾਦੀਆਂ ਨੇ ਰੌਲਾ ਪਾ ਦਿੱਤਾ ਕਿ ਕਮੇਟੀ ਨੇ ਸਰੂਪਾਂ ਦੀ ਬਣਤਰ ਬਦਲ ਦਿੱਤੀ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਸ਼੍ਰੋਮਣੀ ਕਮੇਟੀ ਸਾਧਾਂ ਅੱਗੇ ਝੁਕ ਗਈ ਤੇ ਸਾਰੀਆਂ ਬੀੜਾਂ ਵਾਪਸ ਲੈਣੀਆਂ ਪਈਆਂ। ਨੰਬਰ 3, 2003 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਲਾਗੂ ਕਰਾਇਆ ਗਿਆ। ਸਾਰੇ ਗੁਰਪੁਰਬਾਂ ਦੀਆਂ ਤਰੀਕਾਂ ਇਕਸਾਰ ਆਉਣ ਲੱਗ ਪਈਆਂ। ਦੁਖਾਂਤ ਫਿਰ ਉੱਥੇ ਹੀ ਖੜਾ ਸੀ। ਡੇਰੇਦਾਰਾਂ ਤੇ ਸਾਧਾਂ ਦੇ ਦਬਾਅ ਹੇਠ 2009 ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦੇ ਨਾਮ ਤੇ ਉਸ ਦਾ ਕਚੁੰਬਰ ਹੀ ਕੱਢ ਦਿੱਤਾ। ਹੁਣ ਸਿੱਖ ਆਵਾਮ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਆਮ ਗੁਰਪੁਰਬ ਦੋ ਤਰੀਕਾਂ ਨੂੰ ਮਨਾਏ ਜਾ ਰਹੇ ਹਨ। ਗੁਰਪੁਰਬਾਂ ਦੀਆਂ ਤਰੀਕਾਂ ਤੇ ਪੂਰਾ ਤਮਾਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਜਵਾਬ ਨਹੀਂ ਹੈ। ਨੰਬਰ 4, ਸਿੱਖ ਸਿਧਾਂਤ ਕਿਸੇ ਧਰਮ ਜਾਂ ਕੌਮ ਦਾ ਪਿਛਲੱਗ ਨਹੀਂ ਹੈ। ਇਸ ਦੀਆਂ ਆਪਣੀਆਂ ਸ਼ਾਨਾਮਤੀ ਰਵਾਇਤਾਂ ਹਨ। ਵਰਤਮਾਨ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰੀ ਤਰ੍ਹਾਂ ਡੇਰਾਵਾਦੀਆਂ ਦਾ ਪ੍ਰਭਾਵ ਪਿਆ ਹੋਇਆ ਦਿਸਦਾ ਹੈ, ਜਿਸ ਦੀ ਪ੍ਰਤੱਖ ਮਿਸਾਲ ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਸ਼ਤਾਬਦੀ ਮਨਾਉਂਦਿਆਂ ਹੋਇਆਂ ਮੰਗਲਾਚਰਨ ਵਾਲੀ ਪਲੇਟ ਤੋਂ ਦੇਖੀ ਜਾ ਸਕਦੀ ਸੀ। ਡੇਰਾਵਾਦੀਆਂ ਨੇ ਆਪਣੀ ਪਕੜ ਮਜ਼ਬੂਤ ਕਰਦਿਆਂ ਰਾਜਸੀ ਸੱਤਾ ਦਾ ਦਬਾਅ ਬਣਾ ਕੇ ਮੰਗਲਾਚਰਨ ਨੂੰ
ਆਦਿ ਸੱਚ ਵਾਲੇ ਸ਼ਲੋਕ ਨਾਲ ਜੋੜ ਕੇ ਆਪਣੀ ਮਰਜ਼ੀ ਕਰਨ ਦਾ ਪੂਰਾ ਜ਼ੋਰ ਲਾਇਆ ਸੀ, ਪਰ ਸਿੱਖ ਸਿਧਾਂਤ ਨੂੰ ਸਮਝਣ ਵਾਲਿਆਂ ਨੇ ਅਜਿਹਾ ਨਹੀਂ ਹੋਣ ਦਿੱਤਾ। ਇਹ ਇੱਕ ਸਿਧਾਂਤਕ ਫੈਸਲਾ ਦ੍ਰਿੜਤਾ ਨਾਲ ਲਿਆ ਕਿਹਾ ਜਾ ਸਕਦਾ ਹੈ। ਦੁਨੀਆ ਦੇ ਬਹੁਤੇ ਧਾਰਮਿਕ ਗ੍ਰੰਥ ਉਹਨਾਂ ਦੇ ਪੈਰੋਕਾਰਾਂ ਵੱਲੋਂ ਲਿਖੇ ਹੋਏ ਮਿਲਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਐਸੀ ਰਚਨਾ ਹੈ ਜਿਹੜੀ ਗੁਰੂ ਸਾਹਿਬਾਨ ਨੇ ਆਪ ਉਚਾਰਨ ਕੀਤੀ ਤੇ ਦੂਜਾ ਉਹਨਾਂ ਵੱਲੋਂ ਹਮ ਖਿਆਲਾਂ ਨੂੰ ਇਕੱਠਾ ਕੀਤਾ ਗਿਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਆਦਿ ਵੀ ਲਿਖਵਾਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਤੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਸੀ। ਹਵਾਲਾ ਪੁਸਤਕ ਗੁਰਬਾਣੀ ਸੰਪਾਦਨ ਨਿਰਣੇ ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਇਸ ਵਿੱਚ ਕੋਈ ਵੀ ਵਾਧਾ ਘਾਟਾ ਨਹੀਂ ਹੋ ਸਕਦਾ, ਪਰ ਫਿਰ ਵੀ ਕਈ ਕਿਤਾਬਾਂ ਨੇ ਉਤਾਰਾ ਕਰਨ ਲੱਗਿਆਂ ਆਪਣੀ ਮਰਜ਼ੀ ਨਾਲ ਵਾਧੂ ਸ਼ਬਦ ਪਾ ਦਿੱਤੇ ਹਨ। ਗੁਰਬਾਣੀ ਸਿਧਾਂਤ ਦੀ ਇਹ ਮਹਾਨਤਾ ਹੈ ਕਿ ਜਿੱਥੇ ਕਿਤੇ ਲੋੜ ਸਮਝੀ ਗਈ ਉਥੇ ਗੁਰੂ ਸਾਹਿਬਾਨ ਜੀ ਨੇ ਚੱਲ ਰਹੀ ਵਿਚਾਰ ਵਿੱਚ ਆਪਣੇ ਵੱਲੋਂ ਵਿਚਾਰ ਦੇ ਕੇ ਉਸ ਵਿਚਾਰ ਨੂੰ ਹੋਰ ਸਪਸ਼ਟ ਕੀਤਾ ਹੈ। ਜਿਸ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਇੱਕ ਵਿਚਾਰ ਦੇ ਰਹੇ ਹਨ ਕਿ ਰੱਬ ਦੇ ਰਾਹ ਤੇ ਤੁਰਦਿਆਂ ਜੇ ਮੇਰੇ ਪੈਰ ਥੱਕ ਜਾਂਦੇ ਹਨ ਤਾਂ ਮੈਂ ਸਿਰ ਨਾਲ ਤੁਰ ਪਾਵਾਂ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੀਰੀ ਮੈਲਾਨ। ਪੰਨਾ 1384। ਇਹ ਇੱਕ ਭਾਵਨਾ ਹੈ ਜਿਹੜੀ ਬਾਬਾ ਫਰੀਦ ਜੀ ਨੇ ਪ੍ਰਗਟ ਕੀਤੀ। ਭਾਵ ਇਮਾਨਦਾਰੀ, ਸਚਾਈ, ਸੰਤੋਖ ਲਈ ਮੈਂ ਆਪਣੇ ਆਪ ਨੂੰ ਕੁਰਬਾਨ ਵੀ ਕਰ ਸਕਦਾ ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਿਚਾਰ ਨੂੰ ਹੋਰ ਵਿਸਥਾਰ ਦਿੱਤਾ ਹੈ ਕਿ ਕਿਤੇ ਲੋਕ ਭਾਵਨਾ ਦੇ ਵਹਿਣ ਵਿੱਚ ਵਹਿ ਕੇ ਆਪਣੇ ਸਰੀਰ ਨੂੰ ਹੀ ਕਸ਼ਟ ਨਾ ਦੇਣ ਲੱਗ ਪੈਣ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਹਨ, ਜਿਹਾ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਗੁਰੂ ਗ੍ਰੰਥ ਸਾਹਿਬ ਜੀ ਪੰਨਾ 1384। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਉਚਾਰਨ ਕੀਤੀ ਅਤੇ ਹੋਰ ਇਕੱਠੀ ਕੀਤੀ ਹੋਈ ਬਾਣੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪਣਾ ਕੀਤੀ। ਇਹ ਪਰੰਪਰਾ ਪੰਜਵੇਂ ਪਾਤਸ਼ਾਹ ਤੀਕ ਚੱਲੀ। ਇਸ ਸਮੇਂ ਮਿਹਰਬਾਨ ਵੀ ਮਹੱਲਾ 6ਵਾਂ ਦੇ ਨਾਮ ਹੇਠ ਬਾਣੀ ਲਿਖਣ ਲੱਗ ਪਿਆ ਸੀ। ਇਸ ਸੰਬੰਧੀ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ, ਮਿਹਰਬਾਨ ਪੁੱਤ ਪਿਰਥੀਏ ਕਾ ਕਵੀਸ਼ਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜੇ, ਤਿਨ ਕੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਦਾ ਹੀ ਪਾਈ। ਡੁੰਮ ਲੱਗੇ ਸ਼ਬਦ ਮੀਣਿਆਂ ਦੇ ਗਾਵਣ, ਦੂਜਾ ਦਰਬਾਰ ਵੱਡਾ ਗੁਰਿਆਈ ਦਾ ਲਾਗੇ ਬਣਾਵਣ। ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ। ਇਸ ਸਮੇਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰੀ ਗੁਰਬਾਣੀ ਨੂੰ ਇੱਕ ਥਾਂ ਇਕੱਤਰ ਕਰਨਾ ਸ਼ੁਰੂ ਕੀਤਾ। 2 ਸਾਲ ਦੀ ਘਾਲਣਾ ਘਾਲਦਿਆਂ ਸਾਰੀ ਬਾਣੀ ਨੂੰ ਤਰਤੀਬ ਦਿੱਤੀ। ਮੁਦਾਵਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਹੁੰਦੀ ਹੈ। ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਨੂੰ ਹੱਥੀਂ ਲਿਖ ਕੇ ਅਗਾਂਹ ਵੰਡਿਆ ਜਾਂਦਾ ਸੀ। ਸਿੱਖੀ ਦੇ ਵਿਹੜੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਣ ਨੂੰ ਬੜੀ ਵੱਡੀ ਸੇਵਾ ਸਮਝਿਆ ਜਾਂਦਾ ਰਿਹਾ। ਇਸ ਪ੍ਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਗੁਰਮੁਖ ਹੱਥ ਸਖਤ ਹਨ, ਸਾਧ ਸੰਗਤ ਗੁਰਕਾਰ ਕਮਾਵੇ, ਪਾਣੀ ਪੱਖਾ ਪੀਣਾ ਪੈਰ ਧੋਏ ਚਰਨਾਮਤ ਪਾਵੇ, ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ। ਵਾਰ 6ਵੀਂ ਪੌੜੀ 12ਵੀਂ। ਅਤੇ ਪਾਣੀ ਪੱਖਾ ਪੀ ਭੱਠ ਝੁਕਾਇਆ, ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ। ਵਾਰ 20ਵੀਂ ਪੌੜੀ 6ਵੀਂ। ਜਦੋਂ ਆਮ ਲਿਖਾਰੀ ਗੁਰਬਾਣੀ ਦੇ ਉਤਾਰੇ ਕਰਨ ਲੱਗ ਪਏ ਤਾਂ ਕਈ ਲਿਖਾਰੀਆਂ ਨੇ ਗੁਰਬਾਣੀ ਦੇ ਤਰਜ਼ ਤੇ ਆਪਣੇ ਵੱਲੋਂ ਰਚਨਾਵਾਂ ਘੜਨੀਆਂ ਸ਼ੁਰੂ ਕੀਤੀਆਂ। ਮਿਸਾਲ ਦੇ ਤੌਰ ਤੇ ਵੱਡਾ ਓੰਕਾਰ, ਸੁਖਮਨਾ, ਸੁਖਮਨੀ, ਜਪਜੀ, ਆਸਾ ਦੀ ਵਾਰ ਆਦਿਕ ਸਰਲੇਖਾਂ ਉੱਤੇ ਵੱਡੀਆਂ ਛੋਟੀਆਂ ਨਕਲੀ ਬਾਣੀਆਂ ਰਚੀਆਂ ਗਈਆਂ। ਗਿਆਨੀ ਗੁਰਦਿੱਤ ਸਿੰਘ ਜੀ ਮੁਦਾਵਣੀ ਪੁਸਤਕ ਦੇ ਪੰਨਾ 52 ਤੇ ਲਿਖਦੇ ਹਨ ਕਿ ਜਿਨ੍ਹਾਂ ਨੇ ਇਸੇ ਢੰਗ ਅਤੇ ਸ਼ੈਲੀ ਵਿੱਚ ਬਾਣੀਆਂ ਰਚਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਨਾ ਤਾਂ ਗੁਰੂ ਸਾਹਿਬਾਨ ਵੱਲੋਂ ਤੇ ਨਾ ਹੀ ਸਿੱਖ ਸੰਗਤ ਵੱਲੋਂ ਪ੍ਰਵਾਨਗੀ ਮਿਲੀ। ਪਰ ਆਦਬੀੜ ਦੇ ਅੰਤ ਵਿੱਚ ਲਿਖੀ ਮੁਦਾਵਣੀ ਅਤੇ ਉਸ ਦੇ ਅਰਥਾਂ ਤੋਂ ਸਾਫ਼ ਜ਼ਾਹਰ ਹੈ ਕਿ ਇਸ ਮੋਹਰ ਛਾਪ ਤੋਂ ਬਾਅਦ ਕੋਈ ਹੋਰ ਬਾਣੀ ਬੀੜ ਵਿੱਚ ਨਾ ਚੜਾਈ ਜਾਵੇ। ਪਰ ਸ਼ਰਧਾਲੂ ਸਿੱਖਾਂ ਦੀ ਵਧੀ ਹੋਈ ਸ਼ਰਧਾ ਅਤੇ ਇਸ ਪੱਖੋਂ ਅਣਭੋਲਤਾ ਨੇ ਇਸ ਨੂੰ ਅਣਗੌਲਿਆਂ ਕਰੀ ਰੱਖਿਆ। ਸਿੱਟਾ ਇਹ ਨਿਕਲਿਆ
ਕਿ ਨਾ ਸਿਰਫ ਅੰਤਮ ਮੁਦਾਵਣੀ ਦਾ ਅਰਥਾਤ ਮੋਹਰ ਤੋੜ ਕੇ ਵਿਚਕਾਰ ਹੋਰ ਬਾਣੀਆਂ ਅਤੇ ਸ਼ਬਦ ਵਧਾਏ ਗਏ, ਕਈਆਂ ਨੇ ਮੁਦਾਵਣੀ ਦਾ ਅਰਥ ਤੇ ਮਹੱਤਵ ਨਾ ਸਮਝਦਿਆਂ ਅਸਲ ਥਾਂ ਤੋਂ ਚੁੱਕ ਕੇ ਪਹਿਲਾਂ ਲਿਖੇ ਸ਼ਲੋਕਾਂ ਦੇ ਨਾਲ ਜੋੜ ਦਿੱਤੀ, ਜਦੋਂ ਕਿ ਬੀੜ ਦੇ ਕਈ ਲੇਖਕਾਂ ਨੇ ਭੱਟਾਂ ਦੇ ਸਵਈਏ ਤੇ ਸ਼ੇਖ ਫਰੀਦ ਦੇ ਸ਼ਲੋਕਾਂ ਨੂੰ ਅੰਤਲੀ ਬਾਣੀ ਬਣਾਇਆ। ਕਈਆਂ ਨੇ ਸਿਆਹੀ ਬਣਾਉਣ ਦੇ ਨੁਸਖੇ ਵੀ ਲਿਖ ਦਿੱਤੇ। ਜਦੋਂ ਬੀੜਾਂ ਦੇ ਉਤਾਰੇ ਹੋਣੇ ਸ਼ੁਰੂ ਹੋਏ ਤਾਂ ਭਿੰਨ-ਭਿੰਨ ਲੇਖਕਾਂ ਵੱਲੋਂ ਵਰਤੀਆਂ ਮਨਮਤਾਂ ਕਰਕੇ ਬੀੜਾਂ ਕਈ ਸ਼ਾਖਾ ਵਿੱਚ ਵੰਡੀਆਂ ਗਈਆਂ। ਮੁਦਾਵਣੀ ਪੁਸਤਕ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ ਬੜੀ ਡੂੰਘੀ ਖੋਜ ਕਰਕੇ ਇਹਨਾਂ ਬੀੜਾਂ ਦੀ ਲਿਖਣ ਸ਼ੈਲੀ ਸੰਬੰਧੀ ਜਾਣਕਾਰੀ ਦਿੱਤੀ ਹੈ। ਨੰਬਰ 1, ਪਹਿਲੀ ਉਹ ਬੀੜ ਹੈ ਜਿਹੜੀ ਪੂਰੀ ਤਰ੍ਹਾਂ ਆਦਿ ਬੀੜ ਨਾਲ ਮੇਲ ਖਾਂਦੀ ਹੈ। ਇਹ ਬੀੜ ਜਪ ਬਾਣੀ ਤੋਂ ਸ਼ੁਰੂ ਹੁੰਦੀ ਹੈ ਤੇ ਮੁਦਾਵਣੀ ਤੇ ਸਮਾਪਤੀ ਹੁੰਦੀ ਹੈ। ਇਸ ਬੀੜ ਵਿੱਚ ਕੋਈ ਵੀ ਵਾਧੂ ਸ਼ਬਦ, ਸ਼ਲੋਕ ਜਾਂ ਕੋਈ ਹੋਰ ਬਾਣੀ ਦਰਜ ਨਹੀਂ ਹੈ। ਨੰਬਰ 2, ਦੂਜੀ ਸ਼ਾਖ ਵਿੱਚ ਭਾਈ ਬੰਨੋ ਵਾਲੀ ਬੀੜ ਆਉਂਦੀ ਹੈ, ਜਿਸ ਵਿੱਚ ਰਾਗਾਂ ਦੀ ਤਰਤੀਬ ਮੁਦਾਵਣੀ ਤੱਕ ਹੈ, ਪਰ ਮੁਦਾਵਣੀ ਦੇ ਪਿੱਛੋਂ ਹੋਰ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਸ਼ਾਖ ਦੀਆਂ ਕਈ ਹੋਰ ਬੀੜਾਂ ਦੇ ਵਿਚਕਾਰ ਵੀ ਵਾਧੂ ਸ਼ਬਦ ਲਿਖੇ ਹੋਏ ਮਿਲਦੇ ਹਨ। ਗੌੜੀ ਕਬੀਰ ਜੀ ਦੇ ਵਾਰ 7 ਦੇ ਆਰੰਭ ਵਿੱਚ ਇੱਕ ਸ਼ਲੋਕ ਧਰ ਅੰਬਰ ਵਿੱਚ ਬੋਲੜੀ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਰਾਮਕਲੀ ਸ਼ੰਤਾਂ ਵਿੱਚ ਵੀ ਰੁਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ, ਸਤਿਗੁਰ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਦੀਆਂ ਕੇਵਲ 2 ਤੁਕਾਂ ਹਨ, ਪਰ ਇਸ ਸ਼ਾਖ ਵਾਲੀ ਬੀੜ ਵਿੱਚ ਪੂਰਾ ਸ਼ਬਦ ਲਿਖਿਆ ਹੋਇਆ ਮਿਲਦਾ ਹੈ। ਇਸੇ ਤਰ੍ਹਾਂ ਸੂਰਦਾਸ ਜੀ ਦਾ ਛਾੜ ਮਨ ਹਰ ਵਿਖਿਆ ਕੋ ਸੰਗ ਕਰਤਾਰਪੁਰ ਵਾਲੀ ਬੀੜ ਵਿੱਚ ਇੱਕੋ ਤੁਕ ਵਾਲਾ ਸ਼ਬਦ ਹੈ, ਪਰ ਬੰਨੋ ਵਾਲੀ ਬੀੜ ਵਿੱਚ ਪੂਰਾ ਸ਼ਬਦ ਦਿੱਤਾ ਹੋਇਆ। ਇੰਜ ਨਕਲ ਤੋਂ ਅਗਾਂਹ ਨਕਲ ਹੁੰਦੀ ਗਈ ਤੇ ਲਿਖਾਰੀ ਆਪ ਹੀ ਵਾਧੇ ਕਰਦੇ ਗਏ। ਨੰਬਰ 3, ਲਾਹੌਰੀ ਬੀੜ। ਤੀਜੀ ਬੀੜ ਲਾਹੌਰੀ ਬੀੜ ਜਾਂ ਬੂੜੇ ਸੰਧੂ ਵਾਲੀ ਬੀੜ ਤੇ ਭਾਈ ਹਰਦਾਸ ਜੀ ਵਾਲੀ ਬੀੜ ਹੈ। ਇਸ ਸ਼ਾਖ ਦੀਆਂ ਬੀੜਾਂ ਵਿੱਚ ਭਾਈ ਬੰਨੋ ਵਾਲੀ ਬੀੜ ਵਾਲੀਆਂ ਬਾਣੀਆਂ ਨਹੀਂ ਹਨ, ਪਰ ਮੁਦਾਵਣੀ ਤੋਂ ਬਾਅਦ ਸਮਾਪਤੀ ਭੱਟਾਂ ਦਿਆਂ ਸਵਈਆਂ ਤੇ ਕੀਤੀ ਗਈ ਹੈ। ਨੰਬਰ 4, ਬੀੜਾਂ ਦੀਆਂ ਕਈ ਹੋਰ ਸ਼ਾਖਾ ਵੀ ਹਨ। ਜਿਸ ਤਰ੍ਹਾਂ ਕੁਝ ਬੀੜਾਂ ਵਿੱਚ ਸਮਾਪਤੀ ਭੱਟਾਂ ਦੇ ਸਵਈਏ ਪਹਿਲਾਂ ਲਿਖ ਕੇ ਕਬੀਰ ਜੀ, ਫਰੀਦ ਜੀ ਦੇ ਸ਼ਲੋਕਾਂ ਉੱਤੇ ਕੀਤੀ ਹੋਈ ਮਿਲਦੀ ਹੈ। ਇਸ ਵਿੱਚ ਰਾਗਮਾਲਾ ਜਾਂ ਰਤਨਮਾਲਾ ਵਰਗੀਆਂ ਰਚਨਾਵਾਂ ਨਹੀਂ ਹਨ। ਨੰਬਰ 5, ਕਈ ਬੀੜਾਂ ਭਾਈ ਬੰਨੋ ਵਾਲੀ ਬੀੜ ਨਾਲ ਮਿਲਦੀਆਂ ਜੁਲਦੀਆਂ ਹਨ, ਪਰ ਇਸ ਸ਼ਾਖ ਦੀਆਂ ਕਈ ਬੀੜਾਂ ਵਿੱਚ ਰਤਨਮਾਲਾ ਤੇ ਪ੍ਰਾਣ ਸੰਗਲੀ ਲਿਖੀ ਹੋਈ ਮਿਲਦੀ ਹੈ। ਨੰਬਰ 6, ਗਿਆਨੀ ਗੁਰਦਿੱਤ ਸਿੰਘ ਅੱਗੇ ਲਿਖਦੇ ਹਨ ਕਿ ਭਾਈ ਮਨੀ ਸਿੰਘ ਵਾਲੀ ਬੀੜ ਦੇ ਵੀ ਕਈ ਉਤਾਰੇ ਦੇਖੇ ਹਨ, ਜਿਸ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਵੱਖੋ ਵੱਖਰੀ ਲਿਖੀ ਮਿਲਦੀ ਹੈ। ਭਗਤਾਂ ਤੇ ਹੋਰ ਵਿਅਕਤੀਆਂ ਦੀ ਬਾਣੀ ਵੱਖਰੀ ਕਰਕੇ ਲਿਖੀ ਹੋਈ ਮਿਲਦੀ ਹੈ। ਇਸ ਬੀੜ ਵਿੱਚ ਮਹੱਲਾ ਸ਼ਬਦ ਦੀ ਥਾਂ ਤੇ ਪਾਤਸ਼ਾਹੀ ਸ਼ਬਦ ਵਰਤਿਆ ਹੋਇਆ ਮਿਲਦਾ ਹੈ। ਨੰਬਰ 7, ਸਤਵਾਂ ਭੇਦ ਦਮਦਮੇ ਵਾਲੀ ਬੀੜ ਦਾ ਹੈ। ਇਹ ਬੀੜ ਹੀ ਇਸ ਵੇਲੇ ਪ੍ਰਮਾਣਿਕ ਪ੍ਰਚਲਿਤ ਹੈ। ਇਸ ਬੀੜ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਗੁਰਤਾ ਗੱਦੀ ਦਿੱਤੀ ਗਈ ਸੀ। ਇਹ ਵਿਸ਼ਾ ਤਾਂ ਬਹੁਤ ਲੰਮੇਰਾ ਹੈ, ਪਰ ਸੰਖੇਪ ਰੂਪ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ ਬਹੁਤ ਸਾਰੀਆਂ ਬੀੜਾਂ ਦੇ ਚਿੱਤਰ ਦਿੱਤੇ ਹੋਏ ਹਨ, ਜਿਨ੍ਹਾਂ ਦੀ ਸਮਾਪਤੀ ਮੁਦਾਵਣੀ ਤੇ ਹੁੰਦੀ ਹੈ। ਜਦੋਂ ਬੀੜਾਂ ਦੇ ਉਤਾਰੇ ਹੁੰਦੇ ਸਨ ਤਾਂ ਕਈ ਲੇਖਕ ਤੇ ਪ੍ਰੇਮੀ ਜਨ ਬਾਣੀ ਦੀ ਸ਼ੁੱਧਤਾ ਵੱਲ ਘੱਟ ਪਰ ਸੁੰਦਰ ਲਿਖਾਈ ਤੇ ਵੇਲ ਬੂਟਿਆਂ ਵੱਲ ਵੱਧ ਧਿਆਨ ਦਿਵਾਉਂਦੇ ਸਨ। ਕੁਝ ਹੋਰ ਬੀੜਾਂ ਜਿਨ੍ਹਾਂ ਦੀ ਸਮਾਪਤੀ ਮੁਦਾਵਣੀ ਤੇ ਹੁੰਦੀ ਹੈ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਾਲੀ ਬੀੜ ਭੋਗ ਮੁਦਾਵਣੀ ਤੇ ਹੈ। ਪੁਸਤਕ ਮੁਦਾਵਣੀ ਹਵਾਲਾ ਪੰਨਾ 17। ਨੰਬਰ 2, ਆਦ ਬੀੜ ਨਾਲ ਅੱਖਰ ਅੱਖਰ ਤੇ ਲਗ ਮਾਤਰ ਕੰਨਾਂ ਮਿਲਾ ਕੇ ਸੋਧੀ ਹੋਈ ਬੀੜ ਦਾ ਤਤਕਰਾ, ਜਿਸ ਦਾ ਭੋਗ ਮੁਦਾਵਣੀ ਤੇ ਹੈ। ਨੰਬਰ 3, ਬਾਬਾ ਆਲਾ ਸਿੰਘ ਜੀ ਦੇ ਬੁਰਜ ਵਾਲੀ ਬੀੜ, ਜਿਸ ਦਾ ਭੋਗ ਮੁਦਾਵਣੀ ਤੇ ਹੈ। ਇਸ ਬੀੜ ਵਿੱਚ 8ਵੇਂ ਪਾਤਸ਼ਾਹ ਤੱਕ ਜੋਤੀ ਜੋ ਸਮਾਉਣ ਦੀਆਂ ਸੂਚਨਾਵਾਂ ਲਿਖੀਆਂ ਹੋਈਆਂ ਹਨ। ਨੰਬਰ 4, ਸਨ 1799 ਵਿੱਚ ਕਰਤਾਰਪੁਰ ਲਿਖੀ ਬੀੜ ਦਾ ਤਤਕਰਾ ਮੁਦਾਵਣੀ ਤੇ ਸਮਾਪਤ ਹੁੰਦਾ ਹੈ। ਪੁਸਤਕ ਮੁਦਾਵਣੀ ਹਵਾਲਾ। ਨੰਬਰ 5, ਪਟਿਆਲੇ ਵਾਲੀ ਬੀੜ, ਜੋ ਭਾਈ ਦੁਰਗਾ ਸਿੰਘ ਦੇ ਘਰ ਮੌਜੂਦ ਹੈ, ਜਿਸ ਦੇ ਤਤਕਰੇ ਵਿੱਚ ਮੁਦਾਵਣੀ ਤੇ ਸਮਾਪਤੀ ਹੈ। ਨੰਬਰ 6, ਪਟਨਾ ਸਾਹਿਬ ਵਾਲੀ ਬੀੜ ਦੀ ਸਮਾਪਤੀ ਮੁਦਾਵਣੀ ਤੇ ਹੋਈ ਹੈ। ਨੰਬਰ 7, ਦਮਦਮਾ ਸਾਹਿਬ ਵਾਲੀ ਬੀੜ ਦਾ ਤਤਕਰਾ ਵੀ ਮੁਦਾਵਣੀ ਤੇ ਸਮਾਪਤ ਹੁੰਦਾ ਹੈ।
ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਬੀੜਾਂ ਦੇ ਚਿੱਤਰ ਦਿੱਤੇ ਹੋਏ ਹਨ ਜਿਨ੍ਹਾਂ ਦੀ ਸਮਾਪਤੀ ਮੁਦਾਵਣੀ ਤੇ ਹੁੰਦੀ। ਗਿਆਨੀ ਗੁਰਦਿੱਤ ਸਿੰਘ ਨੇ ਬੜੇ ਸਿਰੜ ਨਾਲ ਮਿਹਨਤ ਕਰਕੇ ਉਹਨਾਂ ਬੀੜਾਂ ਦੀ ਖੋਜ ਕੀਤੀ ਹੈ ਜਿਨ੍ਹਾਂ ਦੀ ਸਮਾਪਤੀ ਮੁਦਾਵਣੀ ਤੇ ਹੁੰਦੀ। ਇਸੇ ਤਰ੍ਹਾਂ ਭਾਈ ਤਾਰਾ ਸਿੰਘ ਨਰੋਤਮ, ਭਾਈ ਸੰਤੋਖ ਸਿੰਘ, ਪੰਡਤ ਕਰਤਾਰ ਸਿੰਘ ਦਾਖਾ, ਗਿਆਨੀ ਗਿਆਨ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਸਾਧੂ ਗੋਬਿੰਦ ਸਿੰਘ ਨਿਰਮਲਾ, ਕਨਿੰਗਮ, ਮੈਕਾਲਫ, ਭਾਈ ਕਾਨ ਸਿੰਘ ਨਾਭਾ, ਭਾਈ ਰਣਧੀਰ ਸਿੰਘ, ਮਾਸਟਰ ਮੋਤਾ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਨਾਰ ਸਿੰਘ, ਪ੍ਰਿੰਸੀਪਲ ਧਰਮਹੰਤ ਸਿੰਘ, ਸਰਦਾਰ ਜੇਬੀ ਸਿੰਘ, ਡਾਕਟਰ ਗੰਡਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸ਼ੇਰ ਸਿੰਘ, ਬਾਬੂ ਤੇਜਾ ਸਿੰਘ, ਬਾਬਾ ਹਰਕਿਸ਼ਨ ਸਿੰਘ, ਗਿਆਨੀ ਬਾਦਲ ਸਿੰਘ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਸਰਦਾਰ ਰਣਧੀਰ ਸਿੰਘ ਰਿਸਰਚ ਸਕਾਲਰ, ਪ੍ਰੋਫੈਸਰ ਗੁਰਬਚਨ ਸਿੰਘ ਤਾਲਬ, ਪ੍ਰਿੰਸੀਪਲ ਗੁਰਮੁਖ ਸਿੰਘ ਨਿਹਾਲ, ਗਿਆਨੀ ਹੀਰਾ ਸਿੰਘ ਦਰਦ, ਪ੍ਰਿੰਸੀਪਲ ਨਰਿੰਜਨ ਸਿੰਘ, ਗਿਆਨੀ ਬਖਸ਼ੀਸ਼ ਸਿੰਘ ਚੰਡੀਗੜ੍ਹ ਵਾਲੇ, ਗਿਆਨੀ ਲਾਲ ਸਿੰਘ ਸੰਗਰੂਰ, ਸਰਦਾਰ ਹਰਦੁਮਨ ਸਿੰਘ ਬਾਗੜੀਆਂ, ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ, ਮਹਿੰਦਰ ਸਿੰਘ ਜੋਸ਼, ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਆਦਿ ਵਿਦਵਾਨਾਂ ਨੇ ਡੂੰਘੀ ਖੋਜ ਨਾਲ ਸਿੱਧ ਕੀਤਾ ਹੈ ਕਿ ਰਾਗਮਾਲਾ ਰੰਚਕ ਮਾਤਰ ਵੀ ਗੁਰਬਾਣੀ ਦਾ ਹਿੱਸਾ ਨਹੀਂ ਹੈ। ਵਿਦਵਾਨਾਂ ਅਨੁਸਾਰ ਜਦੋਂ ਬੀੜਾਂ ਦੇ ਉਤਾਰੇ ਹੁੰਦੇ ਸਨ ਤਾਂ ਕਈ ਲਿਖਾਰੀਆਂ ਨੇ ਆਪਣੇ ਵੱਲੋਂ ਵਾਧੂ ਰਚਨਾਵਾਂ ਵੀ ਦਰਜ ਕਰ ਦਿੱਤੀਆਂ। ਵਰਤਮਾਨ ਸਮੇਂ ਵਿੱਚ ਵੀ ਕਈ ਡੇਰੇਦਾਰ ਆਪਣੇ ਵੱਲੋਂ ਛੁਪਾਏ ਗੁਟਕਿਆਂ ਵਿੱਚ ਵਾਧਾ ਘਾਟਾ ਜਾਂ ਆਪਣੀ ਮਰਜ਼ਾਦਾ ਵਾਲੇ ਗੁਟਕੇ ਤਿਆਰ ਕਰੀ ਜਾ ਰਹੇ ਹਨ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਹਨ ਕਿ ਹੋ ਸਕਦਾ ਹੈ ਕਿ ਕਿਸੇ ਰਾਗ ਦੇ ਸ਼ੌਕੀਨ ਨੇ ਇਸ ਨੂੰ ਰਾਗਮਾਲਾ ਦਾ ਸਿਰਲੇਖ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਹੋ। ਅੱਗੇ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਮਤ 1661 ਵਿੱਚ ਤਿਆਰ ਹੋਈ ਹੈ, ਜਦ ਕਿ ਆਲਮ ਕਵੀ ਦੀ ਰਚਨਾ 1640 ਸੰਮਤ ਦੀ ਹੈ, ਜਦ ਕਿ ਹਿਜਰੀ ਸੰਮਤ 991 ਬਣਦਾ ਹੈ। ਸਨ 991 ਆਹੀ, ਕਰੋ ਕਥਾ ਅਬ ਬਲੋ ਆਹੀ। ਰਾਗਮਾਲਾ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਰਾਗਮਾਲਾ ਆਲਮ ਕਵੀ ਚੁਰਾ ਕੇ ਲੈ ਗਿਆ। ਇਹ ਬਿਲਕੁਲ ਅਨਿਆਂ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਸਾਹਿਤਕ ਨੁਕਤਾ ਨਿਗਾਹ ਨਾਲ ਲਿਖਦਿਆਂ ਇੱਕ ਗੱਲ ਸਪਸ਼ਟ ਕਰਦੇ ਹਨ ਕਿ ਦੁਨਿਆਵੀ ਆਸ਼ਿਕਾਂ ਜਿਵੇਂ ਸੋਹਣੀ ਮਹੀਵਾਲ, ਸੱਸੀ ਪੰਨੂ, ਹੀਰ ਰਾਂਝਾ ਆਦਿ ਕਿਸੇ ਲਿਖਣੇ ਕਵੀਆਂ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਜਿਸ ਤਰ੍ਹਾਂ ਦਮੋਦਰ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ ਹੈ ਤੇ ਕਾਮ ਕੰਦਲਾ ਤੇ ਵੀ ਆਪਣੀ ਕਲਮ ਕਸਾਈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਇੱਕ ਬੜਾ ਪਿਆਰਾ ਤਰਕ ਦਿੰਦੇ ਹਨ ਕਿ ਭਾਈ ਬੰਨੂ ਵਾਲੀ ਬੀੜ ਵਿੱਚ ਵਾਧੂ ਰਚਨਾਵਾਂ ਚੜ੍ਹੀਆਂ ਹਨ, ਪਰ ਰਾਗਮਾਲਾ ਸਭ ਤੋਂ ਮਗਰੋਂ ਚੜ੍ਹੀ ਹੋਈ ਹੈ। ਇਸ ਲਈ ਜੇ ਰਾਗਮਾਲਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਦਿ ਵਿੱਚ ਚੜ੍ਹਾਈ ਹੁੰਦੀ ਤਾਂ ਇਹ ਪਹਿਲਾਂ ਚੜ੍ਹੀ ਹੋਣੀ ਚਾਹੀਦੀ ਸੀ। ਹੋ ਸਕਦਾ ਹੈ ਭਾਈ ਬੰਨੂ ਨੇ ਹੀ ਕਿਸੇ ਕੋਲੋਂ ਸੁਣ ਕੇ ਰਾਗਮਾਲਾ ਅੰਕਿਤ ਕਰ ਦਿੱਤੀ ਹੋਵੇ। ਕਈ ਬੀੜਾਂ ਵਿੱਚ ਸਿਆਹੀ ਦੀ ਵਿਧੀ ਲਿਖਣ ਉਪਰੰਤ ਰਾਗਮਾਲਾ ਘਸੋੜੀ ਹੋਈ ਮਿਲਦੀ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਮੰਨਣਾ ਹੈ। ਰਾਗਮਾਲਾ ਨਿਰਣੇ ਲੇਖ ਵਿੱਚ ਅੱਗੇ ਲਿਖਦੇ ਹਨ ਕਿ ਭਾਈ ਵੀਰ ਸਿੰਘ ਆਪਣੇ ਵਿਦਿਆ ਗਿਆਨ ਦੁਆਰਾ ਤਰਕ ਦਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਨੰਦ ਬਾਣੀ ਵਿੱਚ ਰਾਗਾਂ ਸੰਬੰਧੀ ਇਸ਼ਾਰਾ ਕੀਤਾ ਹੈ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਪ੍ਰੋਫੈਸਰ ਪਦਮ ਅੱਗੇ ਲਿਖਦੇ ਹਨ, ਅਗਰ ਭਾਈ ਵੀਰ ਸਿੰਘ ਦੀ ਬਜ਼ੁਰਗੀ ਕਰਕੇ ਗੱਲ ਮੰਨ ਵੀ ਲਈ ਜਾਵੇ ਤਾਂ ਵੀ ਉਨ ਆਦਿਕ ਪੜਨਾਮ ਰਾਗ ਰਤਨ ਪਰੀਆਂ ਦੀ ਥਾਂ ਆਏ ਹਨ। ਫਿਰ ਸਵਾਲ ਉੱਠਦਾ ਹੈ, ਪ੍ਰਥਮ ਰਾਗ ਭੈਰੋਵੇਂ ਕਰ ਹੀ ਦਾ ਅਰਥ ਕੀ ਬਣੇਗਾ? ਵੈ ਉਨ ਰਾਗਾਂ ਨੂੰ ਪਹਿਲੋਂ ਭੈਰੋ ਨੂੰ ਗਾਇਆ ਹੈ। ਇਸ ਗੁੰਝਲ ਦਾ ਹੱਲ ਭਾਈ ਵੀਰ ਸਿੰਘ ਜੀ ਹੀ ਜਾਣ ਸਕਦੇ ਹਨ। ਇਸ ਤੋਂ ਹੇਠ ਲਿਖੀਆਂ ਸਤਰਾਂ ਵਿੱਚ ਆਈਆਂ ਕਿਰਿਆਵਾਂ ਪਾਠਕਾਂ ਦੇ ਧਿਆਨਯੋਗ ਹਨ। ਨੰਬਰ 1 ਪ੍ਰਥਮ ਰਾਗ ਭੈਰੋਵੇ ਕਰਹੀ। ਨੰਬਰ 2 ਪੰਚਮ ਹਰਖ ਦਿਸਾਗ ਸੁਨਾਵੇ। ਨੰਬਰ 3 ਦੁਤੀਆ ਮਾਲ ਕੌਸਕ ਆਲਾਪੈ। ਨੰਬਰ 4 ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵੇ। ਨੰਬਰ 5 ਸਭ ਮਿਲ ਸ੍ਰੀ ਰਾਗ ਵਹਿ ਗਾਵੇਂ। ਨੰਬਰ 6 ਤਿਹ ਪਾਛੇ ਸਿੰਧਵੀ ਆਲਾਪੀ। ਨੰਬਰ 7 ਉੱਚੇ ਸੁਰ ਸੂਹੋ ਪੁਨ ਕੀਨੀ। ਨੰਬਰ 8 ਖਾਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ। ਇਨ੍ਹਾਂ ਕਿਰਿਆਵਾਂ ਤੋਂ ਸਾਫ਼ ਪ੍ਰਗਟ ਹੋ ਰਿਹਾ ਹੈ ਕਿ ਕਈ ਗਾਇਕ ਭੈਰੋ ਛੇੜ ਰਹੇ ਹਨ, ਦਿਸਾਖ ਕਿਸੇ ਨੂੰ ਸੁਣਾ ਰਹੇ ਹਨ, ਸੂਹੀ ਰਾਗ ਉੱਚੀ ਸੁਰ ਨਾਲ ਸ਼ੁਰੂ ਕਰ ਰਹੇ ਹਨ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਹਨ ਕਿ ਇਹ ਸਾਰਾ ਕੁਝ ਕੌਣ ਕਰ ਰਿਹਾ ਹੈ?
ਜੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਾਗਾਂ ਦੀ ਸੂਚੀ ਦਿੱਤੀ ਹੈ ਤਾਂ ਇਸ ਵਿੱਚ ਉੱਚੀ ਉੱਚੀ ਤਾਰ ਮਿਲਾ ਮਿਲਾ ਅਲਾਪਣ ਦਾ ਕੀ ਅਰਥ ਹੈ? ਮਾਧਵ ਨਲ ਤੇ ਕਾਮ ਕੰਦਲਾ ਦਾ ਕਿੱਸਾ ਕੀ ਹੈ? ਲਗਭਗ ਸਾਰੇ ਵਿਦਵਾਨ ਇੱਕ ਰਾਏ ਦੇ ਹਨ। ਇਹ ਆਲਮ ਇੱਕ ਕਵੀ ਹੋਇਆ ਜਿਸ ਨੇ ਮਾਧਵ ਨਲ ਤੇ ਕਾਮ ਕੰਦਲਾ ਦੇ ਆਪਸੀ ਪਿਆਰ ਵਾਸ਼ਨਾ ਦੀ ਕਹਾਣੀ ਲਿਖੀ ਹੈ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਰਾਗਮਾਲਾ ਨਿਰਣੇ ਪੁਸਤਕ ਵਿੱਚ ਵਿਸਥਾਰ ਪੂਰਵਕ ਆਲਮ ਕਵੀ ਦੁਆਰਾ ਲਿਖੀ ਕਹਾਣੀ ਦਿੱਤੀ ਹੈ, ਜੋ ਕਿ ਰਾਗਮਾਲਾ ਵਿੱਚ ਚੌਪਈ, ਦੋਹਰਿਆਂ ਅਤੇ ਸੋਠਾਂ ਵਿੱਚ ਵੰਡੀ ਹੋਈ ਹੈ। ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਨੇ ਇੱਕ ਬੜੀ ਭਾਵਪੂਰਤ ਵਿਚਾਰ ਲਿਖੀ ਹੈ। ਮਾਧਵ ਨਲ ਕਾਮ ਕੰਦਲਾ ਦੀ ਕਹਾਣੀ ਭਾਵੇਂ ਅਤ ਅਸ਼ਲੀਲ ਅਤੇ ਕਲਮ ਹੇਠ ਲਿਆਉਣੀ ਸੌਖੀ ਨਹੀਂ, ਪਰ ਫਿਰ ਵੀ ਪਾਠਕਾਂ ਦੀ ਜਾਣਕਾਰੀ ਹਿੱਤ ਇਸ ਦਾ ਸੰਖੇਪ ਵਰਣਨ ਜ਼ਰੂਰੀ ਹੈ। ਪੁਸ਼ਪਾਵਤੀ ਇੱਕ ਨਗਰੀ ਦਾ ਨਾਮ ਹੈ ਜਿੱਥੋਂ ਦਾ ਰਾਜਾ ਗੋਬਿੰਦ ਚੰਦ ਸੀ। ਇਸ ਰਾਜੇ ਦਾ ਮਾਧਵਾ ਨਲ ਬ੍ਰਾਹਮਣ ਇੱਕ ਗਵਈਆ ਜਿਹੜਾ ਨਿਤਾ ਪ੍ਰਤੀ ਸਵੇਰੇ ਸ਼ਾਮ ਰਾਜ ਦਰਬਾਰ ਵਿੱਚ ਪੂਜਾ ਪਾਠ ਦੀਆਂ ਧਾਰਮਿਕ ਰਸਮਾਂ ਨਿਭਾਉਂਦਾ ਸੀ। ਜਿੱਥੇ ਇਹ ਧਾਰਮਿਕ ਰਸਮਾਂ ਨਿਭਾਉਂਦਾ ਸੀ ਉਥੇ ਮਾਧਵਾ ਨਲ ਰਾਗ ਵਿਦਿਆ ਵਿੱਚ ਵੀ ਮਾਹਰ ਸੀ। ਦੂਸਰਾ, ਉਹ ਸਰੀਰਕ ਪੱਖੋਂ ਬਹੁਤ ਖੂਬਸੂਰਤ ਸੀ। ਇਸ ਤੋਂ ਇਲਾਵਾ ਵੇਦ ਪੁਰਾਣ ਅਤੇ 9 ਵਿਆਕਰਨਾਂ ਵਿੱਚ ਪੂਰੀ ਮੁਹਾਰਤ ਰੱਖਦਾ ਸੀ। ਵਿਦਵਾਨ ਲੋਕਾਂ ਨੇ ਤਾਂ ਇਸ ਦੀ ਤਾਰੀਫ ਕਰਦਿਆਂ ਇੱਥੋਂ ਤੱਕ ਵੀ ਲਿਖ ਦਿੱਤਾ ਹੈ ਕਿ ਇਹ ਕਾਮਦੇਵ ਦੀ ਸਾਖਸ਼ਤ ਮੂਰਤ ਹੈ। ਰਾਗਮਾਲਾ ਦੇ ਪਦਿਆਂ ਵਿੱਚ ਲਿਖਿਆ ਹੈ ਕਿ ਮਾਧਵਾ ਨਲ ਜਦੋਂ ਰਾਗ ਵਿਦਿਆ ਦੁਆਰਾ ਗਾਉਂਦਾ ਸੀ ਤਾਂ ਨਗਰ ਦੀਆਂ ਇਸਤਰੀਆਂ ਆਪਣੀ ਸੁੱਧ ਬੁੱਧ ਗਵਾ ਬਹਿੰਦੀਆਂ ਸਨ। ਅਜਿਹੀ ਅਵਸਥਾ ਵਿੱਚ ਘਰਾਂ ਵਿੱਚ ਕਲੇਸ਼ ਰਹਿਣਾ ਸੁਭਾਵਿਕ ਗੱਲ ਸੀ। ਬੋਲੇ ਨਾਰ ਕੰਤ ਸੁਨ ਲੀਜੈ, ਸੁਆਮੀ ਮੋਹਿ ਦੋਸ਼ ਨਾ ਦੀਜੈ। ਦੋਹਰਾ, ਮਾਧਵ ਨਲ ਕੀਓ ਰਾਗ, ਸੁਨ ਧੁਨ ਹਉ ਬਿਸਮੈ ਭਈ। ਤਹੀਂ ਜਾਏ ਮਨ ਲਾਗ, ਤਾਂ ਤੈ ਗਿਰਿਓ ਆਹਰ ਪੋਏ। ਕਿਹਾ ਜਾ ਸਕਦਾ ਹੈ ਕਿ ਇਸ ਦੀ ਗਾਇਕੀ ਵਿੱਚ ਕਾਮ ਵਾਸ਼ਨਾ ਪ੍ਰਬਲ ਸੀ। ਅੱਜ ਦੇ ਵਿਆਹ ਸ਼ਾਦੀਆਂ ਵਿੱਚ ਭਾਵੇਂ ਰਾਗ ਵਿਦਿਆ ਦਾ ਸਿਰ ਪੈਰ ਤਾਂ ਕੋਈ ਨਹੀਂ ਹੁੰਦਾ, ਪਰ ਪਹਿਰਾਵੇ ਤੇ ਘਟੀਆ ਗਾਇਕੀ ਕਰਕੇ ਮਿਆਰੀ ਨਹੀਂ ਹੁੰਦੀ। ਨਗਰ ਦੇ ਲੋਕ ਮਾਧਵਾ ਨਲ ਦੀ ਅਜਿਹੀ ਗਾਇਕੀ ਤੋਂ ਬਹੁਤ ਤੰਗ ਸਨ। ਉਹਨਾਂ ਨੇ ਰਾਜੇ ਨੂੰ ਕਿਹਾ ਕਿ ਇਸ ਨੂੰ ਨਗਰ ਵਿੱਚੋਂ ਬਾਹਰ ਕੱਢਿਆ ਜਾਏ, ਨਹੀਂ ਤਾਂ ਸਾਰੀ ਨਗਰੀ ਦੇ ਲੋਕ ਇਸ ਨਗਰ ਦਾ ਤਿਆਗ ਕਰ ਦੇਣਗੇ। ਚਲੋ ਰਾਏ ਕੇ ਸਨਮੁਖ ਹੋਈ, ਬੋਲੇ ਬਿਪਰ ਤ੍ਰਿਆ ਸਭ ਮੋਹੀ। ਨਗਰ ਲੋਕ ਸਭ ਮਿਲੇ ਅਪਾਰਾ, ਰਾਜਾ ਆਗੇ ਕਰਹਿ ਪੁਕਾਰਾ। ਸੁਨੋ ਰਾਏ ਇੱਕ ਬਚਨ ਹਮਾਰਾ, ਮਾਧਵ ਨਲ ਮੋਹਿ ਸਬਦਾਰ। ਅਗਾਂਹ ਕਹਾਣੀ ਹੋਰ ਵੀ ਅਸ਼ਲੀਲ ਤੇ ਅਸਭਿਅਕ ਦਿੱਤੀ ਹੋਈ ਹੈ, ਪਰ ਥੋੜੀ ਜਿਹੀ ਜਾਣਕਾਰੀ ਲਈ ਕੁਝ ਕੁ ਬੰਦ ਹੇਠਾਂ ਦਿੱਤੇ ਹੋਏ ਹਨ। ਪੁਸ਼ਪਾਵਤੀ ਦੇ ਰਾਜੇ ਸੋਚਿਆ ਕਿ ਮਾਧਵਾ ਨਲ ਨੂੰ ਦੇਸ਼ ਨਿਕਾਲਾ ਦੇਣ ਤੋਂ ਉਸ ਦੇ ਪੱਖ ਨੂੰ ਵਿਚਾਰਨਾ ਚਾਹੀਦਾ ਹੈ। ਸੰਗੀਤ ਨਾਚ ਦਾ ਪ੍ਰਬੰਧ ਕੀਤਾ ਗਿਆ। ਨਗਰ ਦੀਆਂ ਇਸਤਰੀਆਂ ਵੀ ਸ਼ਾਮਲ ਹੋਈਆਂ। ਸਾਰੀਆਂ ਨੂੰ ਕਵਲ ਪੱਤਿਆਂ ਤੇ ਬਿਠਾਇਆ ਗਿਆ। ਅਗਾਂਹ ਪਾਠਕ ਆਪ ਹੀ ਪੜ੍ਹ ਲੈਣ। ਮਾਧਵ ਨਲ ਬੀਨਾ ਕਰ ਗਹੀ, ਦਰਵੇ ਮਦਨ ਧੀਰਜ ਨ ਰਹੀ। ਮਾਧਵ ਬਿਪਰ ਨਾਦ ਅਸ ਕਹਾ, ਭੀਜੇ ਚੀਰ ਮਦਨ ਨਾ ਰਹਾ। ਦੋਹਰਾ, ਤਬ ਰਾਜੇ ਆਗਿਆ ਕਰੀ, ਚੇਰੀ ਦਈ ਉਠਾਏ। ਸਭਹੂ ਕੇ ਪਾਛੇ ਰਹਾ, ਕਵਲ ਪੱਤਰ ਲਪਟਾਏ। ਆਖਰ ਨੂੰ ਪੁਸ਼ਪਾਵਤੀ ਨਗਰੀ ਵਿੱਚੋਂ ਰਾਜਾ ਗੋਬਿੰਦ ਚੰਦ ਨੇ ਮਾਧਵਾ ਨਲ ਨੂੰ ਨਗਰ ਛੱਡਣ ਲਈ ਕਹਿ ਦਿੱਤਾ। ਮਾਧਵਾ ਨਲ ਵੀਣਾ ਵਜਾਉਂਦਾ ਤੇ ਪੈਂਡਾ ਤੈਅ ਕਰਦਾ ਹੋਇਆ ਕਾਮਾਵਤੀ ਨਗਰੀ ਵਿੱਚ ਪੁੱਜ ਗਿਆ, ਜਿੱਥੇ ਰਾਜਾ ਕਾਮਸੈਨ ਰਾਜ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਮਾਲਾ ਤੋਂ ਪਹਿਲਾਂ ਇਹ ਬੰਦ ਆਉਂਦੇ ਹਨ। ਸਮਝਿਆ ਜਾ ਸਕਦਾ ਹੈ ਕਿ ਅਜਿਹੀ ਰਚਨਾ ਦਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਿਵੇਂ ਹੋਇਆ। ਕਾਮਾਵਤੀ ਨਗਰ ਵਿੱਚ ਇੱਕ ਦਿਨ ਨਾਚ ਗਾਣਾ ਤਥਾ ਨ੍ਰਿਤ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਮਾਧਵਾ ਨਲ ਇਸ ਨਾਚ ਗਾਣੇ ਵਿੱਚ ਸ਼ਾਮਲ ਹੋਣ ਲਈ ਆ ਗਿਆ, ਪਰ ਦਰਬਾਨ ਨੇ ਉਸ ਨੂੰ ਓਪਰਾ ਜਾਣਦਿਆਂ ਹੋਇਆਂ ਅੰਦਰ ਨਾ ਜਾਣ ਦਿੱਤਾ। ਅੰਦਰ ਚੱਲ ਰਹੇ ਨਾਚ ਸੰਗੀਤ ਨੂੰ ਜਦੋਂ ਮਾਧਵਾ ਨਲ ਨੇ ਸੁਣਿਆ ਤਾਂ ਕਹਿੰਦਾ, ਜਿੰਨੇ ਵੀ ਲੋਕ ਅੰਦਰ ਬੈਠੇ ਹਨ ਇਹ ਸਾਰੇ ਮੂਰਖ ਹਨ, ਕਿਉਂਕਿ ਇਹਨਾਂ ਨੂੰ ਸੰਗੀਤ ਤਥਾ ਰਾਗ ਵਿਦਿਆ ਸੰਬੰਧੀ ਕੋਈ ਵੀ ਗਿਆਨ ਨਹੀਂ ਹੈ। ਦਰਬਾਰ ਨੇ ਅੰਦਰ ਜਾ ਕੇ ਰਾਜੇ ਨੂੰ ਦੱਸਿਆ ਕਿ ਬਾਹਰ ਇੱਕ ਬ੍ਰਾਹਮਣ ਆਇਆ ਹੈ, ਜਿਸ ਨੇ ਇਹ ਕਿਹਾ ਹੈ ਕਿ ਸਮੇਤ ਰਾਜੇ ਦੇ ਕਿਸੇ ਨੂੰ ਵੀ ਰਾਗ ਵਿਦਿਆ ਅਤੇ ਨ੍ਰਿਤਕਾਰੀ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਰਾਜੇ ਦੇ ਹੁਕਮ ਨਾਲ ਉਸ ਨੂੰ ਅੰਦਰ ਬੁਲਾਇਆ ਗਿਆ। ਪੁੱਛਣ ਤੇ ਮਾਧਵਾ ਨਲ ਨੇ ਦੱਸਿਆ
ਕਿ ਤਬਲਚੀ ਸਹੀ ਤਬਲਾ ਨਹੀਂ ਵਜਾ ਰਿਹਾ, ਕਿਉਂਕਿ ਉਸ ਦਾ ਅੰਗੂਠਾ ਮੋਮ ਦਾ ਹੈ। ਜਦੋਂ ਰਾਜੇ ਨੇ ਤਹਿਕੀਕਾਤ ਕਰਾਈ ਤਾਂ ਮਾਧਵਾ ਨਾਲ ਸਹੀ ਪਾਇਆ ਗਿਆ। ਤਬਲਚੀ ਦਾ ਅੰਗੂਠਾ ਮੋਮ ਦਾ ਹੀ ਨਿਕਲਿਆ। ਰਾਜਾ ਅਤੇ ਦਰਬਾਰੀ ਬਹੁਤ ਪ੍ਰਭਾਵਿਤ ਹੋਏ। ਕਹੇ ਸੁਤੁਰੀਆ ਦੁਆਦਸ ਆਹੀ, ਦਸ਼ਲ ਹਾਥ ਅੰਗੂਠਾ ਨਾਹੀ, ਸਾਤ ਚਾਰ ਕੈ ਅੰਤਰ ਰਹੇ, ਐਸੀ ਬਾਤ ਬਿਪ ਇੱਕ ਕਹੈ। ਦੋਹਰਾ ਤਿਹੀ ਠੋਰ ਤੋਂ ਤੁਹੀਆ, ਰਾਜੇ ਲਿਆ ਹਕਾਰ, ਕੀਓ ਅੰਗੂਠਾ ਮੈਨ ਕਾ, ਹੁਤੀ ਅੰਗੁਰੀਆ ਚਾਰ। ਕਾਮਾਵਤੀ ਨਗਰੀ ਦੇ ਮਹਾਰਾਜੇ ਕਾਮਸੈਨ ਨੇ ਜਾਤ ਦਾ ਪੰਡਤ, ਸੰਗੀਤਕਾਰ ਅਤੇ ਵਿਦਵਾਨ ਹੋਣ ਦੇ ਨਾਤੇ ਉਸ ਨੂੰ ਰਾਜ ਦਰਬਾਰ ਵਿੱਚ ਪੂਰਾ ਮਾਣ ਦਿੱਤਾ ਤੇ 2 ਕਰੋੜ ਟਕਾ ਦਸ਼ਣਾ ਵੀ ਦਿੱਤੀ। ਮਾਧਵਾ ਨਾਲ ਦੀ ਸੁੰਦਰਤਾ ਦੇਖ ਕੇ ਸਾਰੇ ਦੰਗ ਰਹਿ ਗਏ। ਗੱਲ ਤਾਂ ਬਹੁਤ ਵਧਾ ਚੜਾ ਕੇ ਲਿਖੀ ਹੋਈ ਹੈ, ਪਰ ਇੰਨਾ ਸਮਝ ਲਈਏ ਕਿ ਉਹ ਆਪਣੇ ਹੁਨਰ ਵਿੱਚ ਬੈਠੇ ਸੰਗੀਤਕਾਰਾਂ ਨਾਲੋਂ ਕਿਤੇ ਵੱਧ ਸਿਆਣਾ ਤੇ ਸੁੰਦਰ ਸੀ। ਨ੍ਰਿਤਕਾਰਾ ਕਾਮਕੰਦਲਾ ਨੇ ਸਾਹਮਣੇ ਬੈਠੇ ਮਾਧਵਾ ਨਾਲ ਨੂੰ ਦੇਖਿਆ ਤਾਂ ਉਹ ਆਪਣੀ ਸੁੱਧ ਬੁੱਧ ਹੀ ਭੁੱਲ ਗਈ। ਉਸ ਦੇ ਨਾਚ ਵਿੱਚ ਇੰਨਾ ਵੇਗ ਤੇ ਜੋਸ਼ ਭਰ ਆਇਆ ਕਿ ਉਸ ਨੇ ਇੱਕ ਤੋਂ ਬਾਅਦ ਦੂਜਾ ਤੇ ਹੋਰ ਰਾਗ ਰਾਗਣੀਆਂ ਆਪਣੀਆਂ ਨ੍ਰਿਤਕਾਰਾਂ ਸਾਥਾਂ ਨਾਲ ਗਾਉਣੇ ਸ਼ੁਰੂ ਕਰ ਦਿੱਤੇ। ਆਲਮ ਕਵੀ ਦੇ ਲਿਖੇ ਕਿਸੇ ਅਨੁਸਾਰ 33 ਤੋਂ 41 8 ਚੌਪਈਆਂ ਤੇ 8 ਦੋਹੇ ਕਾਮਕੰਦਲਾ ਨਾਚੀ ਤੇ ਉਸ ਦੀਆਂ ਸਾਥਣਾਂ ਵੱਲੋਂ ਇੱਕੇ ਸਾਹੇ ਰਾਗਾਂ ਦੇ ਗਾਏ ਜਾਣ ਦਾ ਜ਼ਿਕਰ ਹੈ। ਮਾਧਵਾ ਨਲ ਅਤੇ ਕਾਮਕੰਦਲਾ ਇੱਕੋ ਸ਼੍ਰੇਣੀ ਭਾਵ ਸੰਗੀਤਕਾਰ ਹੋਣ ਦੇ ਨਾਤੇ ਇੱਕ ਦੂਜੇ ਵੱਲ ਖਿੱਚੇ ਗਏ। 33 ਤੋਂ 41 ਅੰਕ ਦੇ ਵਿੱਚੋਂ ਹੀ 34 ਤੋਂ 38 ਅੰਕ ਦਾ ਉਹ ਭਾਗ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲੇ ਵੀ ਪਿਆਰਾ ਸਿੰਘ ਪਦਮ ਵਾਂਗ ਲਿਖਦੇ ਹਨ ਕਿ ਹੋ ਸਕਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਨੇ ਰਾਗਾਂ ਦੇ ਨਾਂ ਯਾਦ ਕਰਨ ਲਈ ਇੱਥੇ ਲਿਖੇ ਹੋਣ। ਸਭ ਤੋਂ ਮਹੱਤਵਪੂਰਨ ਨੁਕਤਾ ਸਮਝਣ ਵਾਲਾ ਹੈ ਕਿ ਖਾਸਟ ਰਾਗ ਉਨ ਗਾਏ ਕਿੰਨੇ ਗਾਏ ਭਾਵ ਕਾਮਕੰਦਲਾ ਅਤੇ ਉਸ ਦੀਆਂ ਸਾਥਣਾਂ ਨੇ। ਜਦੋਂ ਕਾਮਕੰਦਲਾ ਗਾ ਰਹੀ ਸੀ ਤਾਂ ਉਸ ਦੀ ਛਾਤੀ ਤੇ ਭੌਰਾ ਆ ਕੇ ਬੈਠ ਗਿਆ, ਕਿਉਂਕਿ ਉਸ ਨੇ ਆਪਣੀਆਂ ਛਾਤੀਆਂ ਤੇ ਚੰਦਨ ਦਾ ਲੇਪ ਕੀਤਾ ਹੋਇਆ ਸੀ। ਨਾਚ ਦੇ ਵੇਗ ਵਿੱਚ ਹੀ ਕਾਮਕੰਦਲਾ ਨੇ ਆਪਣੇ ਸਾਹ ਦੇ ਉਭਾਰ ਦੁਆਰਾ ਭੌਰ ਨੂੰ ਉਡਾ ਦਿੱਤਾ। ਮਾਧਵਾ ਨਾਲ ਇਸ ਨਿਰਤ ਕਲਾ ਤੇ ਅਸ਼ ਅਸ਼ ਕਰ ਉੱਠਿਆ। ਖੈਂਚ ਪਵਨ ਮੁਖ ਸਾਸ ਨ ਆਵੇ, ਅਸਤਨ ਸਰੋਤ ਸਮੀਰ ਚਲਾਵੇ, ਪਵਨ ਤੇਜ ਮੁਦ ਕਰ ਉੱਠ ਚਲਾ, ਮਾਧਵਾ ਨਾਲ ਬੁਝੀ ਏ ਕਲਾ। ਨੰਬਰ 42। ਅਜਿਹੀ ਤਾਲ ਪ੍ਰਕਿਰਿਆ ਤੇ ਚੰਦਨ ਦੇ ਲੇਪ ਨੂੰ ਕੇਵਲ ਮਾਧਵਾ ਨਾਲ ਹੀ ਜਾਣਦਾ ਸੀ, ਬਾਕੀ ਸਾਰੇ ਤਾੜੀਆਂ ਮਾਰਨ ਵਾਲੇ ਹੀ ਸਨ। ਜਦੋਂ ਇਹ ਸਾਰਾ ਨਾਚ ਗਾਣਾ ਸਮਾਪਤ ਹੋਇਆ ਤਾਂ ਮਾਧਵਾ ਨਲ ਨੂੰ ਰਾਜੇ ਵੱਲੋਂ ਜੋ ਸਨਮਾਨ ਮਿਲਿਆ ਸੀ ਉਹ ਸਾਰਾ ਉਸਨੇ ਕਾਮਕੰਦਲਾ ਦੀ ਝੋਲੀ ਵਿੱਚ ਪਾ ਦਿੱਤਾ। ਕਾਮਕੰਦਲਾ ਆਪਣੀ ਇੱਕ ਪਾਰਖੂ ਵੱਲੋਂ ਕਦਰ ਹੁੰਦੀ ਵੇਖ ਕੇ ਉਸ ਦੇ ਨਾਲ ਹੀ ਚਿੰਬੜ ਗਈ। ਰਾਜੇ ਨੂੰ ਗੁੱਸਾ ਆਇਆ। ਉਸ ਨੇ ਮਾਧਵਾ ਨਲ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ। ਮਾਧਵਾ ਨਲ ਕਾਮਕੰਦਲਾ ਦੇ ਘਰ ਹੀ ਆ ਗਿਆ। ਕੁਝ ਦਿਨ ਰਹਿ ਕੇ ਉਜੈਨ ਨਗਰੀ ਦੇ ਰਾਜੇ ਬਿਕਰਮਾਜੀਤ ਪਾਸ ਆ ਗਿਆ। ਰਾਜਾ ਬਿਕਰਮਾਜੀਤ ਵੀ ਉਸ ਦੀ ਰਾਗ ਵਿਦਿਆ ਤੋਂ ਬਹੁਤ ਪ੍ਰਭਾਵਿਤ ਹੋਇਆ। ਸਮਾਂ ਪਾ ਕੇ ਉਸ ਨੇ ਰਾਜੇ ਨਾਲ ਕਾਮਕੰਦਲਾ ਦੀ ਪ੍ਰਾਪਤੀ ਦੀ ਗੱਲ ਕੀਤੀ। ਬਿਕਰਮਾਜੀਤ ਨੇ ਮਾਧਵਾ ਨਲ ਨੂੰ ਇੱਕ ਬ੍ਰਾਹਮਣ ਦੂਜਾ ਸੰਗੀਤਕਾਰ ਹੋਣ ਦੇ ਨਾਤੇ ਉਸ ਦੀ ਮਦਦ ਕਰਨ ਲਈ ਹਾਂ ਕਰ ਦਿੱਤੀ। ਰਾਜਾ ਬਿਕਰਮਾਜੀਤ ਨੇ ਕਾਮਸੈਨ ਦੇ ਦੇਸ਼ ਤੇ ਚੜ੍ਹਾਈ ਕਰਨ ਲਈ ਵਿਉਂਤ ਬਣਾਈ, ਪਰ ਰਾਜਾ ਬਿਕਰਮਾਜੀਤ ਨੇ ਸੋਚਿਆ ਕਿ ਐਵੇਂ ਲੜਾਈ ਕਰਨ ਦਾ ਕੀ ਫਾਇਦਾ ਹੈ। ਪਹਿਲਾਂ ਇਹ ਤਾਂ ਦੇਖ ਲਈਏ ਕਿ ਇਹਨਾਂ ਦਾ ਆਪਸ ਵਿੱਚ ਪਿਆਰ ਹੈ ਵੀ ਹੈ ਕਿ ਨਹੀਂ। ਰਾਜਾ ਬਿਕਰਮਾਜੀਤ ਪਿਆਰ ਪਰਖਣ ਲਈ ਭੇਸ ਵਟਾ ਕੇ ਕਾਮਕੰਦਲਾ ਕੋਲ ਪਹੁੰਚ ਗਿਆ। ਕਾਮਕੰਦਲਾ ਦੇ ਕੰਨ ਵਿੱਚ ਜਾ ਕੇ ਕਹਿੰਦਾ ਕਿ ਮਾਧਵਾ ਨਲ ਤਾਂ ਮਰ ਗਿਆ ਹੈ। ਇਹ ਸੁਣ ਕੇ ਕਾਮਕੰਦਲਾ ਮੂਰਛਿਤ ਹੋ ਗਈ। ਜਦੋਂ ਮਾਧਵਾ ਨਲ ਨੂੰ ਪਤਾ ਲੱਗਾ ਕਾਮਕੰਦਲਾ ਮੂਰਛਿਤ ਹੋ ਗਈ ਹੈ ਤਾਂ ਉਹ ਵੀ ਮੂਰਛਿਤ ਹੋ ਗਿਆ। ਖੈਰ ਕਹਾਣੀ ਤਾਂ ਬੜੀ ਰੋਮਾਂਟਿਕ, ਇਸ਼ਕ ਮਜ਼ਾਜੀ ਤੇ ਅਸ਼ਲੀਲਤਾ ਨਾਲ ਭਰੀ ਹੋਈ ਹੈ। ਭਾਵੇਂ ਦੋਵੇਂ ਮਰ ਜਾਂਦੇ ਹਨ, ਪਰ ਫਿਰ ਵੀ ਰਾਜਾ ਬਿਕਰਮਾਜੀਤ ਨੇ ਕਾਮਸੈਨ ਨਾਲ ਲੜਾਈ ਕੀਤੀ ਤੇ ਕਾਮਸੈਨ ਮਾਰਿਆ ਜਾਂਦਾ ਹੈ। ਹੁਣ ਸਵਰਗ ਵਿੱਚ ਇੰਦਰ ਦੇਵਤੇ ਨੂੰ ਪਤਾ ਲੱਗਦਾ ਹੈ ਧਰਤੀ ਤੇ ਇੱਕ ਸੰਗੀਤਕਾਰ ਬ੍ਰਾਹਮਣ ਤੇ ਕਾਮਕੰਦਲਾ ਮਰ ਗਏ ਹਨ, ਤਾਂ ਉਹ ਆਪਣੀ ਸਾਰੀ ਜੀਵਨ ਦਾਨ ਦੇਣ ਵਾਲੀ ਜੁੰਡਲੀ ਸਮੇਤ ਹਾਜ਼ਰ ਹੋ ਕੇ ਦੋਹਾਂ ਨੂੰ ਜੀਵਤ ਕਰ ਦਿੰਦਾ ਹੈ।
ਪ੍ਰੋਫੈਸਰ ਪਿਆਰਾ ਸਿੰਘ ਪਦਮ ਦੇ ਲਿਖਣੋਂ ਅਨੁਸਾਰ ਸੱਸੀ ਪੰਨੂ ਹੀਰ ਰਾਂਝਾ ਸੋਹਣੀ ਮਹੀਵਾਲ ਦੇ ਕਿੱਸੇ ਹਨ। ਇੰਜੀ ਇਹ ਪੁਰਾਣਾ ਕਿੱਸਾ ਸੰਸਕ੍ਰਿਤ ਵਿੱਚ ਸੀ, ਜਿਹੜਾ ਸੂਫੀ ਕਵੀ ਆਲਮ ਨੇ ਅਕਬਰ ਬਾਦਸ਼ਾਹ ਦੇ ਸਮੇਂ ਹਿੰਦੀ ਵਿੱਚ ਲਿਖਿਆ। ਇਸ ਦੇ 179 ਬੰਦ ਹਨ, ਜਿਹੜੇ ਅਸ਼ਲੀਲਤਾ ਨਾਲ ਭਰੇ ਹੋਏ ਹਨ। ਉਹਨਾਂ ਵਿੱਚੋਂ 34 ਬੰਦ ਤੋਂ 38 ਤੱਕ ਬੰਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਨੇ ਬਿਨਾਂ ਸੋਚੇ ਸਮਝੇ ਲਿਖ ਦਿੱਤੇ ਹਨ। ਮਾਧਵਾ ਨਾਲ ਤੇ ਕਾਮ ਕੰਦਲਾ ਦਾ ਕਿੱਸਾ ਪੂਰੀ ਤਰ੍ਹਾਂ ਇਸ਼ਕ ਮਜਾਜੀ ਦਾ ਹੈ। ਚੌਪਈ ਮੁਖ ਤੇ ਉਗਟ ਮਰਦਿੰਗ ਬਜਾਵੇਂ, ਧੁਨ ਕਿਨਰ ਸੋ ਬੀਨ ਮਿਲਾਵੇਂ, ਬੀਨ ਉਪੰਗ ਬਾਂਸਰੀ ਬਾਜੇ, ਢਾਡੀ ਜੰਤਰ ਅੰਮ੍ਰਿਤੀ ਰਾਜੇ, ਸ਼ੁਰ ਮੰਡਲ ਵਾਜੇ ਘਨ ਤੰਤੀ, ਰੁਦਰ ਬੀਨ ਸਾਰੰਗ ਬਹੁ ਤੰਤੀ, ਉਜਲ ਤਾਲ ਕਠ ਤਾਲ ਬਜਾਵੇ, ਅਗਨੀ ਤਾਲ ਤਰੰਗ ਉਪਜਾਵੇ, ਜਲਤ ਤਰੰਗ ਅੰਮ੍ਰਿਤ ਕੁੰਡਲੀ, ਕੁਬਰ ਬਾਜੇ ਮਿਲ ਧੁਨ ਭਜੀ। ਦੋਹਰਾ ਬਾਜੇ ਸਰਬ ਸੰਗੀਤ ਗਤ, ਤੰਤ ਅਨੰਤ ਘਨ ਤਾਲ, ਬਹੁਰ ਅਲਾਪੇ ਰਾਗ ਖਟ, ਪੰਚ ਪੰਚ ਸੰਗ ਬਾਲ। ਚੌਪਈ ਪ੍ਰਥਮ ਰਾਗ ਭੈਰੋਵੇ ਕਰੇ। ਇਸ ਤੋਂ ਅੱਗੇ ਉਹ ਸਾਰੀ ਰਚਨਾ ਹੈ ਜਿਹੜੀ ਰਾਗਮਾਲਾ ਦੇ ਸਿਰਲੇਖ ਹੇਠ ਲਿਖੀ ਗਈ ਹੈ। ਇਸ ਦਾ ਸੰਖੇਪ ਰੂਪ ਗਿਆਨੀ ਲਾਲ ਸਿੰਘ ਸੰਗਰੂਰ ਵਾਲਿਆਂ ਨੇ ਰਾਗਮਾਲਾ ਦਮਨ ਪੁਸਤਕ ਦੇ 10 ਨੰਬਰ ਪੰਨੇ ਤੇ ਲਿਖਿਆ ਹੈ। ਕਾਮ ਕੰਦਲਾ ਦੇ ਰਾਗ ਅਖਾੜੇ ਅਨੁਸਾਰ 5 ਬਰੰਗਨ ਸੁੰਦਰ ਇਸਤਰੀਆਂ ਜਾਂ ਪਾਤਰਾ ਹਨ, ਜੋ 8 ਪੁੱਤਰਾਂ ਸਮੇਤ ਅਲਾਪੇ ਗਾਇਕਾਂ ਸਨ। ਪ੍ਰਥਮੇ ਪਹਿਲਾਂ ਉਹਨਾਂ ਨੇ ਭੈਰਵ ਰਾਗ ਕਰ ਹੀ ਗਾਇਨ ਕੀਤਾ ਸੀ। ਨਾਲ ਹੀ 5 ਰਾਗਨੀਆਂ ਉਚਾਰੀਆਂ। ਪਹਿਲੇ ਭੈਰਵੀ ਬਿਲਾਵਲੀ, ਉਪਰੰਤ ਪੁੰਨਿਆਕੀ ਤੇ ਬੰਗਲੀ ਗਾਉਣ ਲੱਗ ਪਏ ਸਨ। ਫਿਰ ਅਸਲੇਖੀ ਕੀ ਗਵਣੇ ਕੀ ਵਾਰੀ ਆਈ। ਇਹ ਭੈਰਵ ਰਾਗ ਦੀਆਂ 5 ਇਸਤਰੀਆਂ ਨਾਟਕਾ ਫਿਰ ਲਲਤ ਔਰ ਬਿਲਾਵਲੀ ਨੂੰ ਗਾਵ ਹੀ ਗਾਉਣ ਲੱਗੇ। ਕੈਸੇ ਆਪੋ ਆਪਣੀ ਭਾਂਤ ਤਰਜ਼ਾਂ ਨਾਲ। ਸਮਝੋ ਉਕਤ 8 ਪੁੱਤਰ ਨਾਲੇ ਸਨ, ਜੋ ਕਿ ਗਾਵੇਂ ਗਾਇਨ ਪਾਤਰ, ਜੋ ਉਹਨਾਂ ਪਾਤਰਾਂ ਨੇ ਗਾਏ ਸਨ ਨਾਟਕ ਦੇ ਢੰਗ ਵਿੱਚ। ਦੁਤੀਆ ਨਾਟਕ ਦਾ ਦੂਜਾ ਪਾਰਟ ਸੁਣ। ਉਸ ਵਿੱਚ ਮਾਲ ਕੌਸਕ ਆਲਾਪਨਾ ਕੀਤਾ ਸੀ। ਨਾਲ ਹੀ 5 ਰਾਗਣੀਆਂ ਥਾਪੀਆਂ ਸਥਿਤ ਕੀਤੀਆਂ ਸਨ। ਉਹ ਕਿਵੇਂ? ਪਹਿਲਾਂ ਤਾਂ ਕਾਮ ਕੰਦਲਾ ਨੇ ਗੌਂਡ ਕਰੀ ਤੇ ਦੇਵ ਗੰਧਾਰੀ ਉਪਰੰਤ ਸੀਹੁਤੀ ਉਚਾਰੀ ਗਾਇਨ ਕੀਤੀ ਸੀ। ਫਿਰ ਨਾਲੇ ਮਿਲਾ ਕੇ ਇਹ 5 ਰਾਗਣੀਆਂ ਗਾਈਆਂ ਸਨ। ਇਹੋ ਮਾਲ ਕੌਂਸ ਨਾਲ ਲਾਈਆਂ ਗਈਆਂ ਸਨ। ਮਸਤ ਅੰਗ ਪਰਬਲ ਚੰਡ ਕੋ ਸਖਤ ਉਬਾਰਾ। ਕੌਤਕਾਂ ਨਾਲ ਰਾਗਾਂ ਨੂੰ ਧੁਨ ਸਹਿਤ ਉਠਾਇਆ ਸੀ। ਫੇਰ ਖੋ ਤੇ ਖਟ ਔ ਭੌਰਾ ਨਦ ਗਾਏ ਗਾਇਨ ਕੀਤੇ ਸਨ। ਕੈਸੇ? ਇਹ 8 ਮਾਲ ਕੌਂਸ ਨਾਲ ਮਿਲਾ ਕੇ ਗਾਇਨ ਕੀਤੇ। ਪੁਨ ਹਿੰਡੋਲ ਆਇਆ ਨਾਟਕ ਰੂਪ ਸੋ। ਕਿਵੇਂ? 8 ਪੁੱਤਰਾਂ ਤੇ 5 ਇਸਤਰੀਆਂ ਨਾਲ। ਫਿਰ ਕੀ ਹੋਇਆ? ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾਵੇ। ਭਾਵ ਜਦੋਂ ਤਾਲ ਸੁਰ ਆਦ ਮਿਲਾ ਕੇ ਗਾਉਣ ਲੱਗੇ ਸਨ, ਮਾਨੋ ਅਖਾੜੇ ਵਿੱਚ ਕਾਮ ਕਰੀੜਾ ਰੰਗ ਆ ਬੱਝਿਆ ਸੀ। ਅਗਲਾ ਹਿੱਸਾ ਦੇਵਕਰੀ ਆਈ। ਨਾਟਕ ਰੂਪ ਸੇ ਗਾਉਣੇ ਲੱਗੇ। ਮਗਰੇ ਬਸੰਤੀ ਸੰਦੂਰੀ ਸਹਾਈ ਸੁਭਾਏਮਾਨ ਹੋਈ। ਸਿੱਟਾ ਕੀ? ਅਹੀਰੀ ਨੇ ਮਾਨੋ ਸਰਸਲੇ ਭਾਰ ਜਾ ਲਿਆਂਦੀ। ਭਾਵ ਇਸ ਕੌਤਕ ਨੂੰ ਤੱਕ ਕੇ ਵੇਸ਼ਵਾ ਮੰਡਲ ਸ਼ਾਬਾਸ਼ ਕਰ ਉੱਠਿਆ। ਕਿਉਂ? ਸੰਗ ਲਾਈ ਪਾਂਚੋਂ ਆਰਜਾ। 5 ਇਸਤਰੀਆਂ ਹਿਡੋਲ ਨਾਲ ਰਲਾ ਕੇ ਭਾਵ ਗਾ ਕੇ ਰੰਗ ਰਾਸ ਜੋ ਵੱਜ ਗਿਆ ਸੀ। ਭਾਵ ਹਿੰਡੋਲ ਦੀਆਂ 5 ਬੋਟੀਆਂ ਨਾਲ ਮਿਲਾ ਕੇ ਗਾਉਣ ਖਾਸ ਕਰਤੱਵ ਅਤੇ ਰੰਗ ਰਸ ਸੀ। ਅਗਲਾ ਹਿੱਸਾ ਸੁਰਮਾਨੰਦ ਤੇ ਭਾਸਕਰ ਆਏ। ਨਾਟਕ ਰੂਪ ਸੇ ਆ ਚਿੰਬੜੇ। फिर मगरे चंद्र बिंब मंगलन आदि सुहाय नाटक रूप से सुभायमान हुए। फिर सरथान ओ आए बनोदा आया सी अते बसंत और कमोदा सरस सहित काम रूप चेष्टा से आया। उक्त रंग भूमिका माधवा नाल ने ਇਹ 8 ਤਰ੍ਹਾਂ ਦਾ ਰੰਗ ਅਖਾੜਾ ਸਜਾਇਆ ਸੀ। ਅਗਲੇ ਨਾਟਕ ਵਿੱਚ ਦੀਪਕ ਦੇ ਗਾਉਣ ਦੀ ਵਾਰੀ ਆ ਗਈ। ਉਸ ਦਾ ਅਖਾੜਾ ਕੈਸਾ ਸੀ? ਕਸ਼ੇਲੀ ਪਟ ਮੰਜਰੀ ਤੇ ਟੋਢੀ ਉਸਨੇ ਵੇਸਵ ਆਦ ਨੇ ਕਹੀ ਅਲਾਪ ਸਹਿਤ ਗਾਈ।
ਪਿੱਛੋਂ ਕਾਮੋਦੀ ਔਰ ਗੁਜਰੀ ਨੂੰ ਦੀਪਕ ਨਾਲ ਰਲਾ ਕੇ ਗਾਇਨ ਕੀਤਾ। ਸਰੋਤਾ ਗਣੋ, ਇਸ ਰੰਗ ਭੂਮ ਵਿਖੇ ਕਲੰਕਾ, ਕੰਤਲਾ, ਗਮ, ਇਹਨਾਂ ਦੇ ਸਾਥੀ ਕਮਲਾ, ਕੁਸਮ, ਚੰਪਕ, ਚੰਪਨ ਉਕਤ ਨਾਮੀ ਕੌਤਕੀ ਆਏ ਸਨ। ਉਪਰੰਤ ਗੌਰਾ, ਕਾਨਰਾ, ਕਲਿਆਣਾ ਸਮਝੋ। ਉਕਤ 8 ਪੁੱਤਰ ਦੀਪਕ ਦੇ ਨਾਲ ਸਨ। ਫਿਰ ਸਾਰੇ ਹੀ ਮਿਲ ਕੇ ਕਾਮ ਕੰਦਲਾ ਦਾ ਅਖਾੜਾ ਮੰਡਲ ਸ੍ਰੀ ਰਾਗ ਵੇ ਗਾਵੇਂ, ਭਾਵ ਸ੍ਰੀ ਰਾਗ ਨੂੰ ਗਾਉਣ ਲੱਗੇ। ਕਿਵੇਂ? ਪੰਜੇ ਬਰਾਗਨਾਂ ਨੂੰ ਸੰਗ ਮਿਲਾਵੇਂ, ਮਿਲਾ ਕੇ। ਕੌਣ ਕੌਣ? ਬੈਰਾਰੀ, ਗਵਰੀ, ਕਰਨਾਟੀ ਧਰੀ ਧਾਰਨ ਕੀਤੀ। ਇਸ ਤਰ੍ਹਾਂ ਗਵਰੀ ਤੇ ਆਸਾਵਰੀ ਵੀ ਨਾਲ ਹੀ ਗਾਉਣ ਲੱਗੇ ਸੀ। ਪਿੱਛੇ ਸਿੰਧਵੀ ਆਲਾਪੀ ਗਾਇਨ ਕੀਤੀ। ਕਿਵੇਂ? ਜਦੋਂ ਕਿ ਸ੍ਰੀ ਰਾਗ ਦੀਆਂ ਪੰਜੇ ਇਸਤਰੀਆਂ ਨਾਲ ਮਿਲ ਕੇ ਗਾਉਣ ਲੱਗੇ ਸੀ। ਅਗਲਾ ਹਿੱਸਾ ਫੇਰ ਸ਼ੁਰੂ ਹੁੰਦਾ ਹੈ। ਸਾਲੂ, ਸਾਰਗ, ਸਾਗਰਾ ਔਰ ਗੌਂਡ, ਗੰਭੀਰ, ਕੁੰਭ ਅਤੇ ਹਮੀਰ ਭਾਵ 8 ਸ੍ਰੀ ਰਾਗ ਦੇ ਪੁੱਤਰ ਸਨ। ਫੇਰ ਸੋਠ, ਗੌਂਡ, ਮਲਾਰੀ ਧੁਨੀ ਦੀ ਧੁਨੀ ਉਠਾਈ। ਪੁੰਨ ਉਹਨਾਂ ਗਾਇਕਾਂ ਸੁਣੀਆਂ। ਆਸਾ ਗਾਵੇਂ ਭਾਵ ਆਸਾ ਗਾਉਣ ਲੱਗੇ ਸਨ। ਕਿਵੇਂ ਗਾਈ? ਫੁਨ ਉੱਚੇ ਸੁਰਾਂ ਨਾਲ, ਉੱਚੀਆਂ ਆਵਾਜ਼ਾਂ ਨਾਲ। ਸੂਹੋ ਪੁੰਨ ਕੀਨੀ ਫੇਰ ਗਾਈ। ਸਮਝੋ, ਉਕਤ ਪੰਜੇ ਇਸਤਰੀਆਂ ਮੇਘ ਰਾਗ ਨਾਲ ਮਿਲਾ ਕੇ ਸਨ। ਖੂਬ ਰੰਗ ਬੱਝਿਆ ਸੀ। ਇਸੇ ਤਰ੍ਹਾਂ ਬੈਰਾ ਧਰ, ਗੱਜ ਧਰ, ਕੇਦਾਰਾ, ਜਬਲੀ ਧਰ, ਨਟ ਔ ਜਲ ਧਾਰਾ, ਪੁੰਨ ਸ਼ੰਕਰ ਔ ਸਿਆਮਾ ਗਾਵੇਂ ਗਾਵਤੇ ਪਏ ਸਨ। ਸਮਝੋ, ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਹਨ। ਸਿੱਟਾ ਇਸ ਤਰ੍ਹਾਂ ਖਸ਼ਟ ਰਾਗ ਉਨ ਗਾਏ। ਕਾਮ ਕੰਦਲਾ ਤੇ ਉਹਦੇ ਸਾਥੀ ਪਾਤਰਾਂ ਨੇ 6 ਰਾਗ ਗਾਏ ਸਨ। ਕਿਵੇਂ? 30 ਰਾਗਣੀਆਂ ਸਮੇਤ, ਭਾਵ ਕਿ ਉਸ ਨਾਟਕ ਜਾਂ ਗਾਵਨ ਡਰਾਮੇ ਵੇਸਵਾ ਅਖਾੜੇ ਮੰਡਲ ਵਿੱਚ ਰਾਗਾਂ ਦੇ ਸਾਰੇ 18, 10, 20, 48 ਪੁੱਤਰ ਸਨ। ਇੰਜ ਕੁੱਲ ਜੋੜ 84 ਹੋਏ। ਰਾਗ ਮਾਲਾ ਵਿੱਚ ਆਏ ਰਾਗਾਂ ਦਾ ਵੇਰਵਾ ਵੀ ਸਮਝਣ ਵਾਲਾ ਹੈ। ਨੰਬਰ 1 ਭੈਰੋ ਜਾਂ ਭੈਰਵ। ਨੰਬਰ 2 ਮਾਲਕੋਸ। ਨੰਬਰ 3 ਹਿੰਡੋਲ ਜਾਂ ਹਿੰਦੋਲ। ਨੰਬਰ 4 ਦੀਪਕ। ਨੰਬਰ 5 ਸ੍ਰੀ ਰਾਗ। ਨੰਬਰ 6 ਮੇਘ। ਇਸ ਵਿੱਚ ਸ਼੍ਰੋਮਣੀ ਰਾਗ ਭੈਰਵ ਜਾਂ ਭੈਰੋ ਮੰਨਿਆ ਹੈ, ਪਰ ਗੁਰਮਤਿ ਅਨੁਸਾਰ ਸ੍ਰੀ ਰਾਗ ਹੈ। ਨੰਬਰ 1 ਭੈਰੋ। ਭੈਰੋ ਦੀਆਂ 5 ਇਸਤਰੀਆਂ ਰਾਗਣੀਆਂ ਹਨ। ਨੰਬਰ 1 ਭੈਰਵੀ, ਬਿਲਾਵਲੀ, ਪੁੰਨਿਆਕੀ, ਬੰਗਲੀ, ਅਸਲੇਖੀ। ਅੱਗੇ 8 ਪੁੱਤਰਾਂ ਦਾ ਵੇਰਵਾ ਆਉਂਦਾ ਹੈ। ਨੰਬਰ 1 ਪੰਚਮ। ਨੰਬਰ 2 ਹਰਖ। ਨੰਬਰ 3 ਦਿਸਾਖ। ਨੰਬਰ 4 ਬੰਗਾਲਮ। ਨੰਬਰ 5 ਮਧ। ਨੰਬਰ 6 ਮਾਧਵ। ਨੰਬਰ 7 ਲਲਤ। ਨੰਬਰ 8 ਬਿਲਾਵਲ ਤੇ ਨੰਬਰ 2 ਮਾਲਕੌਸ। ਮਾਲਕੌਸ ਦੀਆਂ 5 ਰਾਗਣੀਆਂ ਹਨ। ਨੰਬਰ 1 ਗੌਂਡਕਰੀ। ਨੰਬਰ 2 ਦੇਵਗੰਧਾਰੀ। ਨੰਬਰ 3 ਗੰਧਾਰੀ। ਨੰਬਰ 4 ਸੀਹੁਤੀ। ਨੰਬਰ 5 ਧਨਾਸਰੀ। ਅੱਗੇ 8 ਪੁੱਤਰ ਹਨ। ਮਾਰੂ, ਮਸਤੰਗ, ਮੇਵਾਰ, ਪਰਬਲ, ਚੰਡ ਕੌਸਕ, ਖੌ, ਖੱਟ, ਭੌਰਾ ਨਟ। ਨੰਬਰ 3 ਹਿੰਡੋਲ। ਇਸ ਦੀਆਂ 5 ਇਸਤਰੀਆਂ ਭਾਵ ਰਾਗਣੀਆਂ ਹਨ। ਨੰਬਰ 1 ਤਿਲੰਗੀ। ਨੰਬਰ 2 ਦੇਵਕਰੀ। ਨੰਬਰ 3 ਬਸੰਤੀ। ਨੰਬਰ 4 ਸੰਦੂਰ। ਨੰਬਰ 5 ਅਹੀਰੀ। 8 ਪੁੱਤਰ ਸੁਰਮਾਨੰਦ, ਭਾਸਕਰ, ਚੰਦਰਬਿੰਬ, ਮੰਗਲ, ਸਰਸਬਾਨ, ਵਿਨੋਦ, ਬਸੰਤ, ਕਮੋਦ। ਨੰਬਰ 4 ਦੀਪਕ। 5 ਇਸਤਰੀਆਂ ਰਾਗਣੀਆਂ ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੁਜਰੀ। 8 ਪੁੱਤਰ ਕਾਲੰਕਾ, ਕੁੰਤਲ, ਰਾਮਾ, ਕਾਮਕ, ਚੰਪਕ, ਗੌਰਾ, ਕਾਨਰਾ, ਕਲਿਆਣਾ। ਸ੍ਰੀ ਰਾਗ 5 ਇਸਤਰੀਆਂ ਰਾਗਣੀਆਂ ਬੈਰਾਰੀ, ਕਰਨਾਟੀ, ਗੌਰੀ, ਆਸਾਵਰੀ, ਸਿੰਧਵੀ। 8 ਪੁੱਤਰ ਸਾਲੂ, ਸਾਰਗ, ਸਾਗਰਾ, ਗੌਂਡ, ਗੰਭੀਰ, ਗੁੰਡ, ਕੁੰਭ, ਹਮੀਰ। ਨੰਬਰ 6 ਮੇਘ ਰਾਗ। 5 ਇਸਤਰੀਆਂ ਰਾਗਣੀਆਂ ਸੋਠ, ਗੌਂਡ, ਮਲਾਰੀ, ਆਸਾ, ਸੂਹੂ। 8 ਪੁੱਤਰ ਬੈਰਾ ਧਰ, ਗੱਜ ਧਰ, ਕੇਦਾਰਾ, ਜਬਲੀ ਧਰ ਜਾਂ ਸਬਲੀ ਧਰ। ਨੰਬਰ 5 ਨਟ। 6 ਜਲ ਧਰ। 7 ਸ਼ੰਕਰ। 8 ਸ਼ਿਆਮਾ। ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਰਾਗ ਪੁਲਿੰਗ ਵਾਚਕ ਹੀ ਆਏ ਹਨ। ਰਾਗਣੀਆਂ ਕਰਕੇ ਕੋਈ ਵੀ ਰਾਗ ਨਹੀਂ ਵਰਤਿਆ। ਰਾਗਾਂ ਦੀਆਂ ਇਸਤਰੀਆਂ ਜਾਂ ਪੁੱਤਰ ਰਾਗ ਵਿਦਿਆ ਦੇ ਮਹਾਰਾਂ ਨੇ ਆਪਣੇ ਵੱਲੋਂ ਹੀ ਕਲਪੇ ਹੋਏ ਹਨ। ਇਹਨਾਂ ਰਾਗਾਂ ਦੀ ਸਾਰਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗਾਂ ਨਾਲ ਮੇਲ ਨਹੀਂ ਖਾਂਦੀ। ਪਾਠਕਾਂ ਦੀ ਜਾਣਕਾਰੀ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਗਾਂ ਦੀ ਤਰਤੀਬ ਇਸ ਤਰ੍ਹਾਂ ਹੈ:
ਸ੍ਰੀ ਰਾਗ ਮਾਝ ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਅਤੇ ਇਕੱਤੀਆਂ ਜੈਜਵੰਤੀ। ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ਮੁਦਾਵਣੀ ਦੇ ਪੰਨਾ ਨੰਬਰ 83 ਤੇ ਇੱਕ ਬੜਾ ਰੌਚਕ ਹਵਾਲਾ ਦਿੱਤਾ ਹੋਇਆ ਮਿਲਦਾ ਹੈ। ਪੰਡਿਤ ਕਰਤਾਰ ਸਿੰਘ ਦਾਖਾ ਨੇ ਬਾਬਾ ਅਤਰ ਸਿੰਘ ਤੇ ਭਾਈ ਧਰਮ ਸਿੰਘ ਹੋਰਾਂ ਦੇ ਉਦਮ ਨਾਲ ਦਮਦਮਾ ਸਾਹਿਬ ਵਿਖੇ ਇੱਕ ਕਾਲਜ ਖੋਲ੍ਹਿਆ ਗਿਆ। ਪਹਿਲੇ ਬੈਚ ਦੇ ਪ੍ਰਚਾਰਕ ਵਧੀਆ ਤਿਆਰ ਹੋਏ ਸਨ। ਭਾਈ ਧਰਮ ਸਿੰਘ ਦੇ ਅਕਾਲ ਚਲਾਣੇ ਕਰਕੇ ਇਹ ਕਾਲਜ ਬੰਦ ਹੋ ਗਿਆ। ਇਸ ਸਮੇਂ ਦਮਦਮਾ ਸਾਹਿਬ ਵਿਖੇ ਲਿਖਾਰੀਆਂ ਦਾ ਬੁੰਗਾ ਹੁੰਦਾ ਸੀ, ਜਿਸ ਵਿੱਚ ਕਈ ਲਿਖਾਰੇ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਸੇਵਾ ਕਰਦੇ ਸਨ। ਇਸ ਬੁੰਗੇ ਵਿੱਚ ਬੀੜਾਂ ਦੇ ਉਤਾਰੇ ਵੀ ਹੁੰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਦਮਦਮੀ ਬੀੜ ਦੀ ਨਕਲ ਪੰਡਿਤ ਕਰਤਾਰ ਸਿੰਘ ਦਾਖਾ ਰਾਹੀਂ ਖੋਜ ਕੇ ਪ੍ਰਾਪਤ ਕੀਤੀ ਗਈ। ਇਸ ਬੀੜ ਦਾ ਭੋਗ ਮੁਦਾਵਣੀ ਤੇ ਪੈਣ ਕਾਰਨ ਰਾਗਮਾਲਾ ਪੱਖੀਆਂ ਵੱਲੋਂ ਯਤਨ ਕੀਤਾ ਜਾਣ ਲੱਗਾ ਕਿ ਕਿਸੇ ਤਰ੍ਹਾਂ ਇਹ ਬੀੜ ਖੁਰਦ-ਬੁਰਦ ਕਰ ਦਿੱਤੀ ਜਾਵੇ, ਪਰ ਅਸੀਂ ਇੱਕ ਵੱਡੀ ਸਰਕਾਰੀ ਹਸਤੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਦਾ ਸਹਾਰਾ ਲੈ ਕੇ ਇਸ ਬੀੜ ਨੂੰ ਸਰਕਾਰੀ ਪ੍ਰਬੰਧ ਹੇਠ ਪਟਿਆਲੇ ਲੈ ਆਂਦਾ। ਕੁਝ ਚਿਰ ਇਹ ਬੀੜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਹੀ। ਫਿਰ ਬੀੜਾਂ ਦੀ ਸੁਧਾਈ ਹਿੱਤ ਇਸ ਬੀੜ ਨੂੰ ਅੰਮ੍ਰਿਤਸਰ ਲਿਜਾਇਆ ਗਿਆ। ਜੂਨ 1984 ਈਸਵੀ ਦੇ ਸਾਕਾ ਨੀਲਾ ਤਾਰਾ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਹੋਰ ਅਮੋਲਕ ਵਸਤੂਆਂ ਦੇ ਨਾਲ ਇਹ ਬੀੜ ਵੀ ਪੰਥ ਹੱਥੋਂ ਜਾਂਦੀ ਰਹੀ। ਗੁਰਬਾਣੀ ਤੇ ਭੋਗ ਵਾਲਾ ਚਿੱਤਰ ਗਿਆਨੀ ਗੁਰਦਿੱਤ ਸਿੰਘ ਨੇ ਪਹਿਲਾਂ ਹੀ ਲੈ ਲਿਆ ਸੀ, ਜਿਹੜਾ ਉਹਨਾਂ ਨੇ ਇਸ ਪੁਸਤਕ ਦੇ ਪੰਨਾ ਨੰਬਰ 84 ਤੇ ਦਿੱਤਾ ਹੋਇਆ ਹੈ। ਸਿੰਘਾਂ ਨੂੰ ਜਦੋਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲਿਆਂ ਉਦਾਸੀਆਂ ਦੇ ਹੱਥਾਂ ਵਿੱਚ ਚਲਿਆ ਗਿਆ। ਨਿਰਮਲਿਆਂ ਤੇ ਉਦਾਸੀਆਂ ਦੀ ਵਿਦਿਆ ਦਾ ਆਰੰਭ ਹੀ ਸਨਾਤਨੀ ਗ੍ਰੰਥਾਂ ਤੋਂ ਹੁੰਦਾ ਸੀ, ਜਿਸ ਦਾ ਨਤੀਜਾ ਕਈ ਗੁਰਦੁਆਰਿਆਂ ਦੀਆਂ ਦੀਵਾਰਾਂ ਤੇ ਰਾਮਾਇਣ ਮਹਾਭਾਰਤ ਦੇ ਚਿੱਤਰ ਉਕਰੇ ਹੋਏ ਮਿਲਦੇ ਸਨ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਵੀ ਦੇਵੀ ਦੇਵਤਿਆਂ ਦੀਆਂ ਮੂਰਤਾਂ ਸਜਾਈਆਂ ਹੋਈਆਂ ਸਨ। ਡਾਕਟਰ ਹਰਜਿੰਦਰ ਸਿੰਘ ਦਲਗੀਰ ਦੇ ਕਥਨ ਅਨੁਸਾਰ ਸਿੰਘ ਸਭਾ ਲਹਿਰ ਦਾ ਜਦੋਂ ਜ਼ੋਰ ਪਿਆ ਤਾਂ ਉਸ ਵੇਲੇ ਦੇ ਸਰਬਰਾਹ ਰੂੜ ਸਿੰਘ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਚਿੱਠੀ ਲਿਖੀ ਸੀ, ਤਾਂ ਜਾ ਕੇ ਦਰਬਾਰ ਸਾਹਿਬ ਦੀ ਹਦੂਦ ਵਿੱਚੋਂ ਦੇਵੀ ਦੇਵਤਿਆਂ ਦੀਆਂ ਮੂਰਤਾਂ ਚੁਕਾਈਆਂ ਗਈਆਂ ਸਨ। ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਖੋਜ ਭਰਪੂਰ ਪੁਸਤਕ ਮੁਦਾਵਣੀ ਵਿੱਚ ਬੀੜਾਂ ਦੀਆਂ ਸ਼ਾਖਾਂ ਸੰਬੰਧੀ ਵਿਸਥਾਰ ਪੂਰਵਕ ਲਿਖਿਆ ਹੈ ਕਿ ਭਾਈ ਬੰਨੋ ਵਾਲੀ ਬੀੜ ਵਿੱਚ ਵਾਧੂ ਰਚਨਾਵਾਂ ਲਿਖੀਆਂ ਗਈਆਂ, ਜਿਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਤਰ੍ਹਾਂ ਹਨ। ਊੜਾ ਜੇਤਦਾਰ ਲੱਖ ਮੁਹੰਮਦਾ, ਐੜਾ ਸ਼ਲੋਕ ਮਹੱਲਾ ਪਹਿਲਾ, ਬਾਇਤਸ ਆਬ ਖਾਕ, ਈੜੀ ਰਾਮਕਲੀ ਰਤਨਮਾਲਾ ਮਹੱਲਾ ਪਹਿਲਾ, ਸੱਸਾ ਹਕੀਕਤ ਰਾਹ ਮੁਕਾਮ, ਹਾਹਾ ਰਾਗਮਾਲਾ, ਕੱਕਾ ਸਿਆਹੀ ਦੀ ਵਿਧੀ ਆਦ। ਜੀ ਰਾਗਮਾਲਾ ਮੁਦਾਵਣੀ ਤੋਂ ਪਹਿਲਾਂ ਹੁੰਦੀ ਤਾਂ ਇਹ ਸਮਝਿਆ ਜਾ ਸਕਦਾ ਸੀ ਕਿ ਰਾਗਮਾਲਾ ਮੁਦਾਵਣੀ ਦੇ ਦੂਜੇ ਸ਼ਲੋਕਾਂ ਤਨ ਮਨ ਥੀਵੇ ਹਰਿਆ ਵਾਂਗ ਮੁੱਖ ਬੀੜ ਦਾ ਭਾਗ ਸੀ। ਜਿਸ ਪੋਜੀਸ਼ਨ ਵਿੱਚ ਰਾਗਮਾਲਾ ਹੁਣ ਹੈ ਉਸ ਤੋਂ ਸਪਸ਼ਟ ਹੈ ਇਹ ਮੁਦਾਵਣੀ ਤੋਂ ਪਿੱਛੋਂ ਲਿਖੀਆਂ ਵਾਧੂ ਰਚਨਾਵਾਂ ਦਾ ਹੀ ਹਿੱਸਾ ਹੈ। ਇੰਜ ਅਗਾਂਹ ਉਤਾਰੇ ਹੁੰਦੇ ਗਏ ਤੇ ਸੀਨਾ ਬਸੀਨਾ ਹੂਬਹੂ ਉਤਾਰਿਆਂ ਕਰਕੇ ਗੁਰਦੁਆਰਿਆਂ ਵਿੱਚ ਕਾਬਜ਼ ਲੋਕ ਸਾਰੀਆਂ ਰਚਨਾਵਾਂ ਪੜ੍ਹਿਆ ਕਰਦੇ ਸਨ। ਇਸੇ ਤਰ੍ਹਾਂ ਮਹਾਰਾਣੀ ਜਿੰਦਾ ਵਾਲਾ ਗ੍ਰੰਥ ਹੈ ਜੋ ਚੌਥੇ ਥਾਂ ਨਕਲ ਹੈ। ਇਹ ਗ੍ਰੰਥ ਮਹਾਰਾਣੀ ਦੇ ਮਹਿਲਾਂ ਵਿੱਚ ਪ੍ਰਕਾਸ਼ ਹੁੰਦਾ ਸੀ, ਜਿਸ ਦੇ ਭੋਗ ਪਾਉਣ ਸਮੇਂ ਮੁਦਾਵਣੀ ਤੋਂ ਪਿੱਛੋਂ ਸਾਰੀਆਂ ਰਚਨਾਵਾਂ ਦਾ ਪਾਠ ਕੀਤਾ ਜਾਂਦਾ ਸੀ। ਉਸ ਵੇਲੇ ਦੇ ਗ੍ਰੰਥੀ ਤਾਂ ਸਿਆਹੀ ਕੀ ਵਿਧੀ ਦੇ ਅਰਥ ਬਾਣੀ ਵਾਂਗ ਜਾਂ ਬਾਣੀ ਸਮਝ ਕੇ ਕਰਦੇ ਸਨ। ਸਿੱਖ ਰਾਜ ਦੇ ਵੇਲੇ ਤੇ ਉਸ ਤੋਂ ਪਿੱਛੋਂ ਲਿਖੇ ਪਰਿਆਵਾਂ ਕੋਸ਼ਾਂ ਆਦਿ ਵਿੱਚ ਇਹਨਾਂ ਵਾਧੂ ਰਚਨਾਵਾਂ ਦੇ ਬਾਣੀਆਂ ਵਾਂਗ ਅਰਥ ਕੀਤੇ ਮਿਲਦੇ ਹਨ। ਇਸੇ ਪੁਸਤਕ ਦੇ ਪੰਨਾ 77 ਤੇ ਇਸ ਤਰ੍ਹਾਂ ਲਿਖਿਆ ਮਿਲਦਾ ਹੈ। ਭਾਈ ਮਨੀ ਸਿੰਘ ਜੀ ਦੇ ਸੰਪਰਦਾਈ ਗਿਆਨੀਆਂ ਨੇ ਮੁਦਾਵਣੀ ਨੂੰ ਭੋਗ ਦੀ ਬਾਣੀ ਮੰਨਿਆ ਹੈ ਅਤੇ ਰਾਗਮਾਲਾ ਨੂੰ ਆਲਮ ਦੀ ਕਿਰਤ ਦੱਸਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਉਥਾਨਕਾ ਗ੍ਰੰਥ ਸਾਹਿਬ ਜੀ ਦੀ ਦੂਜੀ ਪੋਥੀ ਦੇ ਆਖਰੀ ਪੱਤਰੇ ਦੇ ਸਾਹਮਣੇ ਪਾਸੇ ਰਾਗਮਾਲਾ ਦੀ ਅਰਥ ਵਿਆਖਿਆ ਦਰਜ ਹੈ, ਜਿਸ ਨੂੰ ਉਪਰੋਕਤ ਲਿਖੀ ਸੂਚਨਾ ਨਾਲ ਇਸ ਤਰ੍ਹਾਂ ਅੰਤਾਲਿਆ ਹੋਇਆ ਹੈ।
ਪੋਥੀ ਜਿਹੜੀ ਭਾਈ ਮਨੀ ਸਿੰਘ ਜੀ ਦੇ ਸ਼ਿਸ਼ਾਂ ਵਿੱਚੋਂ ਕਿਸੇ ਇੱਕ ਨੇ ਲਿਖੀ ਹੈ, ਉਸ ਵਿੱਚ ਰਾਗਮਾਲਾ ਬਾਰੇ ਇਸੇ ਪੰਨੇ ਤੇ ਇਸ ਤਰ੍ਹਾਂ ਲਿਖਿਆ ਹੈ। ਇਹ ਆਲਮ ਕਵੀ ਮਾਧਵਾ ਨਾਲ ਕੇ ਗਾਇਨ ਦਾ ਗ੍ਰੰਥ ਬਣਾਇਆ ਹੈ। उसमें ये लिख दई है, उहाँ ते इहाँ लिख दई है, राग रागणी के भेद जानने वास्ते कि पूर्ण पई। भाई संतोख सिंह ने गुरप्रताप सूरज विच इस मत की प्रौढ़ता कीती ते लिखिया है। रागमाला श्री गुर कृत नाहे है मुदावनी लग गुर बैन, माधवा नल आलम कव कीनस तिस में नृतकारी कहतैन। असलीयत यह है कि भाई बन्नੋ ने ਜਿਹੜੀਆਂ ਵਾਧੂ ਰਚਨਾਵਾਂ ਆਪਣੀ ਬੀੜ ਵਿੱਚ ਲਿਖੀਆਂ, ਉਹਨਾਂ ਵਿੱਚ ਇੱਕ ਰਾਗਮਾਲਾ ਵੀ ਸੀ, ਜਿਹੜੀ ਕਿ ਪਹਿਲਾਂ ਆਲਮ ਕਵੀ ਕਿਰਤ ਮਾਧਵਾ ਨਾਲ ਕਾਮਕੰਦਲਾ ਦੀ ਪ੍ਰੇਮ ਕਹਾਣੀ ਦਾ ਭਾਗ ਸੀ। ਜਦੋਂ ਕੌਮਾਂ ਸੰਘਰਸ਼ ਕਰ ਰਹੀਆਂ ਹੋਣ ਜਾਂ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਾਲੇ ਵੀ ਜਨਮ ਲੈ ਲੈਂਦੇ ਹਨ, ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਗੁਰਬਾਣੀ ਪ੍ਰਚਾਰਨ ਦਾ ਜ਼ਿੰਮਾ ਉਹਨਾਂ ਲੋਕਾਂ ਲੈ ਲਿਆ ਹੋਇਆ ਸੀ ਜਿਹੜੇ ਸਿੱਖ ਸਿਧਾਂਤ ਨੂੰ ਸਨਾਤਨੀ ਮਤ ਦੁਆਰਾ ਪੇਸ਼ ਕਰਨ ਨੂੰ ਆਪਣਾ ਧਰਮ ਪਰਮ ਸਮਝਦੇ ਸਨ। ਭਾਈ ਕਾਨ ਸਿੰਘ ਜੀ ਨਾਭਾ ਨੇ ਗੁਰਮਤਿ ਸੁਧਾਕਰ ਅਤੇ ਗੁਰਮਤਿ ਪ੍ਰਭਾਕਰ ਪੁਸਤਕਾਂ ਦੁਆਰਾ ਸਿੱਖ ਸਿਧਾਂਤ ਨੂੰ ਨਿਖੇੜਨ ਦਾ ਬਹੁਤ ਵੱਡਾ ਯਤਨ ਕੀਤਾ ਸੀ। ਫਿਰ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਸਭ ਤੋਂ ਵੱਧ ਬੋਲਬਾਲਾ ਸੀ ਜਿਹੜੇ ਸਿੱਖੀ ਨੂੰ ਹਿੰਦੂ ਮਤ ਦੇ ਗ੍ਰੰਥਾਂ ਵਾਂਗ ਪੇਸ਼ ਕਰਨ ਨੂੰ ਆਪਣੀ ਵਡਿਆਈ ਸਮਝਦੇ ਸਨ। ਇਹ ਬਿਮਾਰੀ ਵਰਤਮਾਨ ਸਮੇਂ ਵਿੱਚ ਪੂਰੀ ਤਰ੍ਹਾਂ ਫੈਲੀ ਹੋਈ ਹੈ। ਰਾਗਮਾਲਾ ਦਾ ਖੰਡਨ ਹਮਾਇਤ ਕਰਨ ਵਾਲਿਆਂ ਦੀ ਸੂਚੀ ਦੇਖੀ ਜਾਵੇ ਤਾਂ ਉਹ ਸਾਰੇ ਲੋਕ ਹਨ ਜਿਨ੍ਹਾਂ ਦਾ ਪਿਛੋਕੜ ਕਿਸੇ ਨਾ ਕਿਸੇ ਡੇਰੇ ਨਾਲ ਜੁੜਦਾ ਹੈ। ਇਹਨਾਂ ਵਿੱਚ ਸੰਤ ਟਹਿਲ ਸਿੰਘ ਦੀ ਇੱਕ ਗੁਰਾ ਰਾਗਮਾਲਾ ਮੰਡਨ ਪ੍ਰਬੋਧ ਗ੍ਰੰਥ ਵਿਚਾਰਿਆ ਜਾ ਸਕਦਾ ਹੈ। ਇਸ ਪੁਸਤਕ ਵਿੱਚ ਕੋਈ ਦਲੀਲ ਵਾਲੀ ਗੱਲ ਨਹੀਂ ਕੀਤੀ ਗਈ, ਜ਼ਿਆਦਾਤਰ ਉਹਨਾਂ ਲੋਕਾਂ ਦੇ ਹੀ ਨਾਮ ਦਿੱਤੇ ਗਏ ਹਨ ਜਿਹੜੇ ਸਿੱਖ ਸਿਧਾਂਤ ਅਤੇ ਬ੍ਰਾਹਮਣੀ ਸਿਧਾਂਤ ਵਿਚਲੇ ਫਰਕ ਨੂੰ ਨਹੀਂ ਸਮਝਦੇ ਸਨ। ਹੋਰ ਵਿਦਵਾਨਾਂ ਵਾਂਗ ਭਾਈ ਸ਼ਮਸ਼ੇਰ ਸਿੰਘ ਅਸ਼ੋਕ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਗਿਆਨੀ ਗੁਰਦਿੱਤ ਸਿੰਘ ਅਤੇ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਲਿਖਦੇ ਹਨ ਕਿ ਰਾਗਮਾਲਾ ਦੀ ਚੱਲ ਰਹੀ ਬਹਿਸ ਨੂੰ ਉਦੋਂ ਜ਼ਿਆਦਾ ਬਲ ਮਿਲਿਆ ਜਦੋਂ ਭਾਈ ਵੀਰ ਸਿੰਘ ਦੇ ਭਾਈ ਤੇਜਾ ਸਿੰਘ ਭਸੌੜ ਵਾਲਿਆਂ ਨਾਲ ਮਤਭੇਦ ਹੋ ਗਏ ਸਨ। ਭਾਈ ਸ਼ਮਸ਼ੇਰ ਸਿੰਘ ਰਾਗਮਾਲਾ ਨਿਰਣੇ ਦੇ ਪੰਨਾ 21 ਤੇ ਲਿਖਦੇ ਹਨ ਕਿ ਭਾਈ ਤੇਜਾ ਸਿੰਘ ਨਾਲ ਇੱਕ ਦੋ ਨਿਕੰਮੀਆਂ ਜੀਆਂ ਗੱਲਾਂ ਕਰਕੇ ਭਾਈ ਵੀਰ ਸਿੰਘ ਦੇ ਮਤਭੇਦ ਹੋ ਗਏ, ਜਦ ਕਿ ਭਾਈ ਸਾਹਿਬ 1917 ਤੱਕ ਰਾਗਮਾਲਾ ਦੇ ਪੱਕੇ ਵਿਰੋਧੀ ਸਨ, ਪਰ ਆਪਸੀ ਅਣਬਣ ਕਰਕੇ ਭਾਈ ਵੀਰ ਸਿੰਘ ਹੋਰਾਂ ਪੰਥਕ ਸਿਧਾਂਤ ਨੂੰ ਹੀ ਵਾਰ ਦਿੱਤਾ ਤੇ ਰਾਗਮਾਲਾ ਦੇ ਹੱਕ ਵਿੱਚ ਨਿੱਤਰ ਆਏ। ਭਾਈ ਵੀਰ ਸਿੰਘ ਨੇ ਚੀਫ ਖਾਲਸਾ ਦੀਵਾਨ ਦੀ ਮੀਟਿੰਗ ਤੋਂ ਬਿਨਾਂ ਹੀ ਆਪਣੀ ਰਾਏ ਬਦਲ ਲਈ ਸੀ। ਗਿਆਨੀ ਗੁਰਦਿੱਤ ਸਿੰਘ ਜੀ ਮੁਦਾਵਣੀ ਪੁਸਤਕ ਦੇ ਪੰਨਾ 47 ਤੇ ਲਿਖਦੇ ਹਨ ਕਿ ਪਹਿਲੇ ਚੀਫ ਖਾਲਸਾ ਦੀਵਾਨ ਦਾ ਸਾਰਾ ਪ੍ਰਚਾਰਕ ਦਲ ਇਸ ਗੱਲ ਤੇ ਜੁਟਿਆ ਰਿਹਾ ਕਿ ਰਾਗਮਾਲਾ ਗੁਰਬਾਣੀ ਨਹੀਂ। ਇਸ ਗੱਲ ਨੂੰ ਪਹਿਲਾਂ ਇਕੱਲੇ ਭਾਈ ਵੀਰ ਸਿੰਘ ਹੀ ਨਹੀਂ ਸਗੋਂ ਇਸ ਤੇ 3 ਪੀੜ੍ਹੀਆਂ ਸਰ ਖਰਚ ਹੋ ਚੁੱਕੀਆਂ ਸਨ। ਸੰਤ ਚੰਦਾ ਸਿੰਘ, ਪੰਡਤ ਹਜ਼ਾਰਾ ਸਿੰਘ, ਡਾਕਟਰ ਚਰਨ ਸਿੰਘ ਅਤੇ ਅੱਧੀ ਉਮਰ ਭਾਈ ਵੀਰ ਸਿੰਘ ਨੇ ਰਾਗਮਾਲਾ ਨੂੰ ਗੁਰਬਾਣੀ ਨਾ ਮੰਨਣ ਤੇ ਖਰਚ ਕੀਤੀ। ਗਿਆਨੀ ਗੁਰਦਿੱਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ ਭਾਈ ਵੀਰ ਸਿੰਘ ਹੋਰਾਂ ਆਪਣੀ ਗੱਲ ਨੂੰ ਪੁਖਤਾ ਕਰਨ ਲਈ ਕਿਹਾ ਕਿ ਸਾਨੂੰ ਪੁਰਾਣਾ ਬਸਤਾ ਮਿਲਿਆ ਹੈ ਜਿਸ ਵਿੱਚ ਰਾਗਮਾਲਾ ਨੂੰ ਗੁਰਬਾਣੀ ਲਿਖਿਆ ਹੋਇਆ ਹੈ। ਭਾਈ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ ਮੈਂ ਭਾਈ ਵੀਰ ਸਿੰਘ ਨੂੰ ਮਿਲਦਾ ਰਿਹਾ ਹਾਂ ਤੇ ਵਿਚਾਰ ਵੀ ਕਰਦਾ ਰਿਹਾ ਹਾਂ, ਪਰ ਉਹਨਾਂ ਨੂੰ ਬਸਤੇ ਬਾਰੇ ਕਈ ਵਾਰ ਪੁੱਛਿਆ ਪਰ ਉਹਨਾਂ ਨੇ ਕੋਈ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ ਤੇ ਨਾ ਹੀ ਕਦੇ ਬਸਤੇ ਦੇ ਦਰਸ਼ਨ ਕਰਾਏ ਸਨ। ਪ੍ਰਿੰਸੀਪਲ ਜੋਤ ਸਿੰਘ ਹੋਰਾਂ ਦੀ ਦੁਚਿੱਤੀ ਨੇ ਪੰਥ ਵਿੱਚ ਰਾਗਮਾਲਾ ਸੰਬੰਧੀ ਬਖੇੜਾ ਖੜਾ ਕੀਤਾ ਹੈ। ਇਸ ਦੀਆਂ 2 ਮਿਸਾਲਾਂ ਗਿਆਨੀ ਗੁਰਦਿੱਤ ਸਿੰਘ ਪੰਨਾ 112 ਤੇ ਦਿੰਦੇ ਹਨ। ਇਸ ਪਿੱਛੋਂ ਪੰਥ ਸੇਵਕ ਅਖਬਾਰ ਵਿੱਚ ਛਪੀ ਖਬਰ ਖਾਲਸਾ ਕਾਲਜ ਦੇ ਨੌਜਵਾਨ ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਗੁਰਦੁਆਰੇ ਅਖੰਡ ਪਾਠ ਕੀਤਾ ਤੇ ਭੋਗ ਮੁਦਾਵਣੀ ਉੱਤੇ ਪਾਇਆ। ਅੱਗੇ ਲਿਖਦੇ ਹਨ, ਖਾਲਸਾ ਕਾਲਜ ਦੇ ਪ੍ਰੋਫੈਸਰ ਖਾਸ ਕਰਕੇ ਭਾਈ ਜੋਤ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਆਦਿਕ ਜਦੋਂ ਵੀ ਪਾਠ ਕਰਾਉਂਦੇ ਰਹੇ ਭੋਗ ਮੁਦਾਵਣੀ ਤੇ ਹੀ ਪਾਉਂਦੇ ਰਹੇ। ਇਸ ਗੱਲ ਦਾ ਭੇਦ 1945 ਵਿੱਚ ਰਾਗਮਾਲਾ ਬਾਰੇ ਅੰਮ੍ਰਿਤਸਰ ਵਿੱਚ ਹੋਈ ਚਰਚਾ ਸਮੇਂ ਭਾਈ ਜੋਤ ਸਿੰਘ ਨੇ ਪੰਡਤ ਕਰਤਾਰ ਸਿੰਘ ਦਾਖਾ ਦੀ ਪੁੱਛ ਦੇ ਉੱਤਰ ਵਿੱਚ ਖੁਦ ਪ੍ਰਗਟਾਇਆ।
ਪੰਡਤ ਜੀ ਨੇ ਕਿਹਾ, ਤੁਸੀਂ ਸਾਰੀ ਉਮਰ ਰਾਗਮਾਲਾ ਦੇ ਵਿਰੋਧੀ ਰਹੇ ਹੋ, ਪਰ ਤੁਸੀਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਪਣੀ ਕੋਠੀ ਵਿੱਚ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਮੁਦਾਵਣੀ ਵਿੱਚ ਕੀਤੀ ਸੀ। ਮੈਂ ਉਸ ਸਮੇਂ ਮਿਸ਼ਨਰੀ ਕਾਲ ਵਿੱਚ ਪੜ੍ਹਾਉਂਦਾ ਹੁੰਦਾ ਸੀ। ਮੁਦਾਵਣੀ ਪੁਸਤਕ ਦੇ ਪੰਨਾ 217। ਉੱਤਰ ਵਿੱਚ ਭਾਈ ਜੋਧ ਸਿੰਘ ਨੇ ਕਿਹਾ ਕਿ ਮੈਂ ਹੁਣ ਰਾਏ ਬਦਲ ਲਈ ਹੈ। ਪੰਡਤ ਕਰਤਾਰ ਸਿੰਘ ਦਾਖਾ ਨੇ ਕਿਹਾ ਕਿ ਹੁਣ ਫੇਰ ਕਦੋਂ ਰਾਏ ਬਦਲੋਗੇ, ਜਿਸ ਤੇ ਭਾਈ ਜੋਧ ਸਿੰਘ ਨਿਰੁੱਤਰ ਹੋ ਕੇ ਛਿੱਬੇ ਪੈ ਗਏ। ਮੁਦਾਵਣੀ ਦੇ ਪੰਨਾ 207 ਤੇ ਗਿਆਨੀ ਗੁਰਦਿੱਤ ਸਿੰਘ ਲਿਖਦੇ ਹਨ ਕਿ ਭਾਈ ਜੋਧ ਸਿੰਘ 10 ਫਰਵਰੀ 1918 ਵਿੱਚ ਲਾਇਲਪੁਰ ਹੈੱਡਮਾਸਟਰ ਸਨ। ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ। ਇਸ ਖੁਸ਼ੀ ਵਿੱਚ ਪਾਏ ਗਏ ਭੋਗ ਸਮੇਂ ਨਗਰ ਦੇ ਸਿੰਘ ਇਕੱਤਰ ਹੋਏ। ਭਾਈ ਸਾਹਿਬ ਨੇ ਉਸ ਖੁਸ਼ੀ ਸਮੇਂ ਪਾਠ ਦਾ ਭੋਗ ਮੁਦਾਵਣੀ ਉੱਤੇ ਆਪ ਪਾਇਆ। ਇਸ ਪਿੱਛੋਂ ਲਾਇਲਪੁਰ ਵਿੱਚ ਮੁਦਾਵਣੀ ਉੱਤੇ ਭੋਗ ਪਾਏ ਜਾਣ ਲੱਗੇ, ਜਿਸ ਦਾ ਅਖਬਾਰ ਪੰਥ ਸੇਵਕ ਵਿੱਚ ਪੂਰਾ ਜ਼ਿਕਰ ਹੈ। ਹੁਣ ਦੂਜੇ ਪਾਸੇ ਲਾਲ ਸਵਸ ਭਾਈ ਜੋਧ ਸਿੰਘ ਨੇ ਆਪਣੀ ਰਾਏ ਬਦਲ ਲਈ, ਜੋ ਪੰਥ ਲਈ ਬਹੁਤ ਮਾਰੂ ਸਾਬਤ ਹੋਈ ਹੈ। ਭਾਈ ਕਾਨ ਸਿੰਘ ਨਾਭਾ 24 ਨਵੰਬਰ 1938 ਨੂੰ ਤੇ ਗਿਆਨੀ ਸ਼ੇਰ ਸਿੰਘ ਦੇ 7 ਅਕਤੂਬਰ 1944 ਨੂੰ ਅਕਾਲ ਚਲਾਣਾ ਕਰ ਜਾਣ ਪਿੱਛੋਂ ਖਾਲਸਾ ਸਮਾਚਾਰ ਵਿੱਚ ਮੁੜ ਲੇਖ ਛਪਣ ਲੱਗੇ ਅਤੇ ਇੱਕ ਰਾਗਮਾਲਾ ਮੰਡਨ ਸਭਾ ਵੀ ਬਣਾ ਲਈ ਤੇ ਉਸ ਵੱਲੋਂ ਰਾਗਮਾਲਾ ਦੇ ਪੱਖ ਵਿੱਚ ਐਲਾਨ ਕੀਤੇ ਗਏ। ਇਸੇ ਪੁਸਤਕ ਪੰਨਾ 216 ਦੇ ਅਗਲੇ ਪੈਰੇ ਵਿੱਚ ਲਿਖਿਆ ਹੈ, ਇਨ੍ਹਾਂ ਸਮਿਆਂ ਵਿੱਚ ਪ੍ਰਿੰਸੀਪਲ ਜੋਧ ਸਿੰਘ ਖਾਲਸਾ ਕਾਲਜ ਦੀ ਪ੍ਰਿੰਸੀਪਲ ਦੀ ਮਿਆਦ ਮੁੜ ਵਧਾ ਰਹੇ ਸਨ। ਚੀਫ ਖਾਲਸਾ ਦੀਵਾਨ ਦੀ ਕੁੰਜੀ ਜਹੀ ਸ਼ਕਤੀ ਰੱਖਣ ਵਾਲੀ ਹਸਤੀ ਦੀ ਪ੍ਰਧਾਨਤਾ ਲੈਣ ਲਈ ਪ੍ਰਿੰਸੀਪਲ ਜੋਧ ਸਿੰਘ ਨੇ ਰਾਗਮਾਲਾ ਬਾਰੇ ਆਪਣੀ ਰਾਏ ਬਦਲ ਲਈ। ਇਸ ਵੇਲੇ ਰਾਏ ਬਦਲੀ ਜਦੋਂ ਭਾਈ ਕਾਨ ਸਿੰਘ ਨਾਭਾ ਅਤੇ ਗਿਆਨੀ ਸ਼ੇਰ ਸਿੰਘ ਅਕਾਲ ਚਲਾਣਾ ਕਰ ਚੁੱਕੇ ਸਨ। ਉੱਥੇ ਹੀ ਭਾਈ ਜੋਧ ਸਿੰਘ ਨੇ ਸਨ 1917 ਵਿੱਚ ਲਾਇਲਪੁਰ ਵਿੱਚ ਰਾਗਮਾਲਾ ਵਿਰੋਧੀ ਲਹਿਰ ਨੂੰ ਉਭਾਰਿਆ ਸੀ ਤੇ ਖਾਲਸਾ ਕਾਲਜ ਵਿੱਚ ਵੀ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਮੁਦਾਵਣੀ ਉੱਤੇ ਪਾਇਆ ਸੀ ਤੇ ਪਹਿਲਾਂ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਮੁਦਾਵਣੀ ਉੱਤੇ ਭੋਗ ਪਾਉਣ ਵਾਲੀ ਕਮੇਟੀ ਵਿੱਚ ਸਿਰ ਕੱਢ ਮੈਂਬਰ ਸਨ। ਸਿਤਮ ਸ਼ਰੀਫੀ ਦੀ ਗੱਲ ਦੇਖੋ ਕਿ ਅਸੂਲ ਪ੍ਰਸਤ ਲੋਕ ਕਿੱਦਾਂ ਬੇਅਸੂਲੇ ਹੁੰਦੇ ਹਨ। ਫਿਰ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰ ਹੋਣ ਦੀ ਹੈਸੀਅਤ ਵਿੱਚ ਆਪਣੀ ਰਾਏ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਐਲਾਨ ਬਦਲਣ ਹਿੱਤ ਪੱਤਰ ਲਿਖ ਦਿੱਤਾ ਤੇ ਸਲਾਹਕਾਰ ਕਮੇਟੀ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਤਾਂ ਕਿ ਰਾਗਮਾਲਾ ਬਾਰੇ ਮੁੜ ਵਿਚਾਰ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਨਾਗੋਕੇ, ਜੋ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਵੀ ਸਨ, ਵਾਈਸ ਪ੍ਰਧਾਨ ਬਸੰਤ ਸਿੰਘ ਸਨ, ਉਹਨਾਂ ਨੇ 13/12/1946 ਨੂੰ ਮੀਟਿੰਗ ਸੱਦ ਲਈ। ਇਸ ਮੀਟਿੰਗ ਵਿੱਚ ਖੰਡਨ ਅਤੇ ਮੰਡਨ ਵਾਲੀਆਂ ਦੋਹਾਂ ਧਿਰਾਂ ਨੂੰ ਬੁਲਾਇਆ ਗਿਆ। ਹੈਰਾਨਗੀ ਦੀ ਗੱਲ ਦੇਖੋ, ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰ ਇਸ ਮੀਟਿੰਗ ਵਿੱਚ ਆਏ ਹੀ ਨਹੀਂ ਸਨ। ਖੰਡਨ ਕਰਨ ਵਾਲੀ ਧਿਰ ਦੀ ਅਗਵਾਈ ਪੰਡਤ ਕਰਤਾਰ ਸਿੰਘ ਦਾਖਾ ਕਰ ਰਹੇ ਸਨ, ਜਦ ਕਿ ਮੰਡਨ ਵਾਲਿਆਂ ਦੀ ਅਗਵਾਈ ਸੰਤ ਨਿਹਚਲ ਸਿੰਘ ਮੰਡੀ ਬਹਾਉਦੀਨ ਕਰ ਰਹੇ ਸਨ। ਪੰਡਤ ਕਰਤਾਰ ਸਿੰਘ ਦਾਖਾ ਅਤੇ ਗਿਆਨੀ ਗੁਰਦਿੱਤ ਸਿੰਘ ਦੀਆਂ ਅਕੱਟ ਦਲੀਲਾਂ ਸੁਣਨ ਕਰਕੇ ਪ੍ਰਿੰਸੀਪਲ ਜੋਧ ਸਿੰਘ ਮੀਟਿੰਗ ਵਿੱਚੇ ਹੀ ਛੱਡ ਕੇ ਚਲੇ ਗਏ ਸਨ। ਗੱਲ ਇੱਕ ਪਾਸੇ ਲੱਗਣ ਦੀ ਬਜਾਏ ਰਾਗਮਾਲਾ ਦੇ ਹੱਕ ਵਿੱਚ ਪੱਕੀ ਧਿਰ ਉੱਭਰ ਕੇ ਸਾਹਮਣੇ ਆ ਗਈ। ਗਿਆਨੀ ਗੁਰਦਿੱਤ ਸਿੰਘ ਦੀਆਂ ਵਿਚਾਰਾਂ ਨੂੰ ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਮਨੋਂ ਸਮਝਦਿਆਂ ਹੋਇਆਂ ਸਾਰੀਆਂ ਫੋਟੋਆਂ ਤੇ ਲਿਖਤਾਂ ਲੈ ਲਈਆਂ ਸਨ। ਅਸੀਂ ਸਮਝਦੇ ਹਾਂ ਉਸ ਵੇਲੇ ਦੇ ਪ੍ਰਧਾਨ ਕਿੰਨੇ ਜ਼ਿੰਮੇਵਾਰ ਹੋਣਗੇ ਜਦੋਂ ਗਿਆਨੀ ਗੁਰਦਿੱਤ ਸਿੰਘ ਦੀ ਸਾਰੀ ਖੋਜ ਨੂੰ ਪਰਖਣ ਤੇ ਵਿਚਾਰ ਹੋਈ ਕਿ ਐਸੇ ਵਿਦਵਾਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਰਿਸਰਚ ਸਕਾਲਰ ਦੀ ਸੇਵਾ ਸੌਂਪੀ ਜਾਏ। ਗਿਆਨੀ ਜੀ ਲਿਖਦੇ ਹਨ, ਅਗਲੇ ਦਿਨ ਮੈਨੂੰ ਦਫ਼ਤਰ ਬੁਲਾਇਆ ਤੇ ਮੈਨੂੰ ਮੇਰਾ ਲਿਫਾਫਾ ਪਕੜਾ ਦਿੱਤਾ। ਉਸ ਵਿੱਚ ਰਿਸਰਚ ਸਕਾਲਰ ਦੀ ਸੇਵਾ ਵਾਲਾ ਪੱਤਰ ਵੀ ਪਾਇਆ ਹੋਇਆ ਸੀ। ਗਿਆਨੀ ਗੁਰਦਿੱਤ ਸਿੰਘ ਨੇ ਮੁਦਾਵਣੀ ਪੁਸਤਕ ਵਿੱਚ 46 ਬੀੜਾਂ ਦੇ ਤਤਕਰਾ ਤੇ ਮੁਦਾਵਣੀ ਦੀ ਸਮਾਪਤੀ ਹੁੰਦੀ ਹੈ, ਉਹ ਸਾਰੀਆਂ ਤਸਵੀਰਾਂ ਦਿੱਤੀਆਂ ਹਨ। ਜੰਗਾਂ ਯੁੱਧਾਂ ਪਿੱਛੋਂ ਬੀੜਾਂ ਲਿਖਣ ਤੇ ਛਾਪਣ ਦੀ ਪਰੰਪਰਾ ਚੱਲੀ। ਬੀੜਾਂ ਦੇ ਟੀਕਿਆਂ, ਪ੍ਰਿਆਵਾਂ, ਉਥਾਨਕਾ ਅਤੇ ਪੁਰਾਤਨ ਅਖਬਾਰਾਂ ਦੇ ਹਵਾਲਿਆਂ ਦੁਆਰਾ ਸਮਝਾਇਆ ਜਾ ਸਕਦਾ ਹੈ ਕਿ ਉਸ ਸਮੇਂ ਕੋਈ ਵੀ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ ਸੀ। ਕੇਵਲ ਡੇਰੇਦਾਰ ਤੇ ਉਹਨਾਂ ਦੇ ਵਿਸ਼ਵਾਸੀ ਸੇਵਕ ਹੀ ਮੰਨਦੇ ਸਨ।
ਕਈ ਵਾਰੀ ਇਨ੍ਹਾਂ ਝਗੜਿਆਂ ਨੂੰ ਸਰਕਾਰ ਵੀ ਨਜਿੱਠਦੀ ਰਹੀ ਹੈ। ਬਹੁਤ ਦਫਾ ਚੀਫ ਖਾਲਸਾ ਦੀਵਾਨ ਪੰਥ ਦੀ ਨੁਮਾਇੰਦਾ ਜਮਾਤ ਹੁੰਦਿਆਂ ਚਿੱਠੀਆਂ ਦਿੰਦੀ ਰਹੀ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਵਰਤੇ ਗਏ ਰਾਗਾਂ ਵਿੱਚੋਂ ਰਾਗਮਾਲਾ ਵਿੱਚ ਇਹ ਮਾਝ, ਬਿਹਾਗੜਾ, ਵਡਹੰਸ, ਜੈਸਰੀ, ਤੁਖਾਰੀ, ਰਾਮਕਲੀ, ਮਾਲੀ ਗੌੜਾ, ਪ੍ਰਭਾਤੀ, ਜੈ ਜੈਵੰਤੀ 9 ਰਾਗ ਨਹੀਂ ਹਨ। ਪ੍ਰੋਫੈਸਰ ਪਿਆਰਾ ਸਿੰਘ ਪਦਮ ਰਾਗਮਾਲਾ ਸੰਬੰਧੀ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ 40 ਰਾਗਮਾਲਾ ਦੀਆਂ ਅਸ਼ੁੱਧੀਆਂ ਵੀ ਦੱਸਦੀਆਂ ਹਨ ਕਿ ਕਿਸੇ ਸੱਜਣ ਨੇ ਸੁਣੀ ਸੁਣਾਈ ਜ਼ੁਬਾਨੀ ਤੇ ਕਾਹਲੀ ਨਾਲ ਲਿਖੀ ਹੈ। ਬੰਗਾਲ ਨੂੰ ਬੰਗਾਲਮ, ਕਲੇਖੀ ਨੂੰ ਕਸ਼ੇਲੀ, ਕਲਿੰਗਨ ਨੂੰ ਕਲੰਕਾ, ਸਿੰਦਰੀ ਨੂੰ ਸੰਦੂਰ, ਬਰਬਲ ਨੂੰ ਪ੍ਰਬਲ, ਮਾਲਵ ਨੂੰ ਸਾਲੂ, ਕੋਂਕਣੀ ਨੂੰ ਗੁਨਗੁਨੀ, ਕੌਖਟ ਨੂੰ ਖੌਖਟ ਤੇ ਜਲਧਰ ਨੂੰ ਜਲੀਧਰ ਕਰਕੇ ਲਿਖਿਆ ਹੈ। ਕਈ ਥਾਈਂ 17 ਹੀ ਗਲਤ ਲਿਖੀਆਂ ਹਨ। ਰਾਗ ਸੰਗ ਪੰਚ ਬਰੰਗਨ ਦੀ ਥਾਂ ਤੇ ਰਾਗ ਏਕ ਸੰਗ ਪੰਚ ਬਰੰਗਨ, ਮਾਲ ਕੌਸ ਰਾਗ ਸੰਗ ਲਾਈ ਨੂੰ ਮਾਲ ਰਾਗ ਕੌਸਕ ਸੰਗ ਲਾਈ ਤੇ ਕਵਲ ਕੁਸਮ ਪੰਚਮ ਕੇ ਨਾਮਾਂ ਨੂੰ ਚੰਪਕ ਕੇ ਨਾਮਾ ਲਿਖਿਆ ਹੈ। ਇਹ ਅਸ਼ੁੱਧੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਇਹ ਗੁਰੂ ਜੀ ਨੇ ਨਹੀਂ ਲਿਖੀ, ਕਾਹਲੀ ਨਾਲ ਕਿਸੇ ਨੇ ਸੁਣੀ ਸੁਣਾਈ ਲਿਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਪ੍ਰਾਪਤ ਕਰਨ ਵਾਲੇ ਪ੍ਰੇਮੀਆਂ ਨੂੰ ਕਈ ਮਹੀਨੇ ਲਿਖਾਰੀਆਂ ਅੱਗੇ ਬੇਨਤੀਆਂ, ਤਰਲੇ ਤੇ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਸਨ। ਇਹ ਵੀ ਠੀਕ ਹੈ, ਸਭ ਤੋਂ ਵੱਧ ਮੰਗ ਦਮਦਮੇ ਵਾਲੀ ਬੀੜ ਦੀ ਹੁੰਦੀ ਸੀ। ਲਿਖਾਰੀਆਂ ਕੋਲੋਂ ਬੀੜ ਲਿਖਾਉਣ ਮਗਰੋਂ 101 ਤੋਂ 1001 ਦਮੜੇ ਭੇਟਾ ਵਜੋਂ ਦਿੱਤੇ ਜਾਂਦੇ ਰਹੇ। ਇਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣੀ ਕੋਈ ਸੌਖਾ ਕੰਮ ਨਹੀਂ ਸੀ। 1860 ਈਸਵੀ ਨੂੰ ਕੋਹੇਨੂਰ ਪ੍ਰੈਸ ਲਾਹੌਰ ਦਰਵਾਜ਼ਾ ਸ਼ੇਰਾਂ ਦੇ ਮਾਲਕ ਲਾਲਾ ਹਸਮੁਖ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਾਪਣ ਲਈ ਅਕਾਲ ਤਖਤ ਤੇ ਆਣ ਕੇ ਬੇਨਤੀ ਕੀਤੀ ਕਿ ਦਾਸ ਦੀ ਇੱਛਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਛਾਪਿਆ ਜਾਏ, ਕਿ ਪੰਥ ਮੈਨੂੰ ਹੁਕਮ ਦੇਵੇ ਕਿ ਕਿਹੜੀ ਬੀੜ ਛਾਪੀ ਜਾਵੇ। ਭਾਵ ਉਦੋਂ 3 ਬੀੜਾਂ ਭਾਈ ਗੁਰਦਾਸ ਜੀ, ਭਾਈ ਬੰਨੋਵਾਲੀ ਤੇ ਦਮਦਮੀ ਬੀੜ ਪ੍ਰਚਲਿਤ ਸੀ। ਉਸ ਸਮੇਂ ਦੇ ਫੈਸਲੇ ਅਨੁਸਾਰ ਦਮਦਮੇ ਵਾਲੀ ਬੀੜ ਛਾਪਣ ਦਾ ਉਪਰਾਲਾ ਕੀਤਾ ਗਿਆ, ਜੋ ਕਿ 1864 ਵਿੱਚ ਪਹਿਲੀ ਬੀੜ ਛਪੀ। ਅਕਤੂਬਰ 1920 ਨੂੰ ਜਦੋਂ ਛੂਆਛਾਤ ਦੀ ਬਿਮਾਰੀ ਨੂੰ ਤੋੜਨ ਲਈ ਦਰਬਾਰ ਸਾਹਿਬ ਸੰਗਤਾਂ ਪਹੁੰਚੀਆਂ ਤਾਂ ਪੁਜਾਰੀ ਉੱਥੋਂ ਕਿਨਾਰਾ ਕਰ ਗਏ। ਜਥੇਦਾਰ ਤੇਜਾ ਸਿੰਘ ਭੁੱਚਰ ਨੇ ਪੁਜਾਰੀਆਂ ਵਾਲੀ ਮਰਜ਼ਾਦਾ ਤੇ ਹੋਰ ਵਾਧੂ ਦੀਆਂ ਰਸਮਾਂ ਬੰਦ ਕਰ ਦਿੱਤੀਆਂ। ਇਸ ਦਿਨ ਭੋਗ ਮੁਦਾਵਣੀ ਤੇ ਪਾਇਆ ਗਿਆ। ਰਹਿਤ ਮਰਜ਼ਾਦਾ ਦੀ ਪਹਿਲੀ ਲਿਖਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੋਗ ਮੁਦਾਵਣੀ ਤੇ ਹੀ ਪਾਉਣ ਦਾ ਮਤਾ ਪਾਸ ਕੀਤਾ ਗਿਆ। 7 ਜਨਵਰੀ 1945 ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਵਿੱਚ 16 ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ 5 ਨੰਬਰ ਮਤਾ ਰਾਗਮਾਲਾ ਅਤੇ ਭੋਗ ਸਰਲੇਖ ਹੇਠ ਲਿਖੇ ਅਨੁਸਾਰ ਪਾਸ ਹੋਇਆ। ਮਤਾ ਨੰਬਰ 5 ਪ੍ਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀਂ ਪੜ੍ਹਨੀ ਚਾਹੀਦੀ। ਇਸ ਮਤੇ ਦਾ ਦੁਖਾਂਤ ਕਿ ਭਾਈ ਜੋਧ ਸਿੰਘ 13/5/1945 ਨੂੰ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ ਕਿ ਭੋਗ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ। 27 ਮਈ ਨੂੰ ਇਕੱਤਰਤਾ ਰੱਖੀ ਗਈ, ਜਿਸ ਵਿੱਚ ਭਾਈ ਜੋਧ ਸਿੰਘ ਕੋਈ ਢੁਕਵੀਂ ਰਾਏ ਨਾ ਪੇਸ਼ ਕਰ ਸਕੇ ਅਤੇ ਮੀਟਿੰਗ ਵਿੱਚੋਂ ਵਾਕ ਆਊਟ ਕਰ ਗਏ। ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਰਾਗਮਾਲਾ ਦੀ ਰਚਨਾ ਦਾ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨਾਲ ਕਿਤੇ ਵੀ ਸਿਧਾਂਤ ਮੇਲ ਨਹੀਂ ਖਾਂਦਾ, ਪਰ ਰਾਗਮਾਲਾ ਦੀ ਰਚਨਾ ਇਸ ਤੋਂ ਤਕਰੀਬਨ 21 ਸਾਲ ਪਹਿਲਾਂ ਹੋ ਚੁੱਕੀ ਹੈ। ਜਿਸ ਤਰ੍ਹਾਂ ਹੀਰ ਰਾਂਝਾ, ਸੱਸੀ ਪੰਨੂ, ਸੋਹਣੀ ਮਹੀਵਾਲ ਆਦਿ ਇਸ਼ਕ ਮਜਾਜੀ ਦੇ ਕਿੱਸੇ ਹਨ, ਇਸੇ ਤਰ੍ਹਾਂ ਸੰਸਕ੍ਰਿਤ ਵਿੱਚ ਮਾਧਵਾ ਨਾਲ ਤੇ ਕਾਮ ਕੰਦਲਾ ਦਾ ਰੋਮਾਂਟਿਕ ਕਿੱਸਾ ਹੈ ਜਿਹੜਾ ਆਲਮ ਕਵੀ ਨੇ ਹਿੰਦੀ ਵਿੱਚ ਲਿਖਿਆ ਹੈ। ਇਸ ਕਿੱਸੇ ਵਿੱਚ 179 ਚੌਪਈਆਂ ਸੋਠੇ ਅਤੇ ਦੋਹਰਿਆਂ ਵਿੱਚ ਵੰਡੀ ਹੋਈ ਹੈ। ਇਸ ਲਿਖਤ ਵਿੱਚੋਂ 35, 36, 37 ਤੇ 38 ਨੰਬਰਾਂ ਵਾਲੀ ਲਿਖਤ ਲਈ ਹੈ, ਪਰ ਰਾਗਮਾਲਾ ਵਿੱਚ ਕੇਵਲ ਇੱਕ ਹੀ ਲਿਖਿਆ ਹੋਇਆ ਹੈ। ਕਈ ਲਿਖਾਰੀਆਂ ਨੇ ਭੋਲੇ ਭਾ ਜਾਂ ਆਪਣੀ ਵਿਦਵਤਾ ਦੱਸਣ ਲਈ ਕੁਝ ਹੋਰ ਰਚਨਾਵਾਂ ਆਪਣੇ ਵੱਲੋਂ ਲਿਖੀਆਂ, ਫਿਰ ਸਿਆਹੀ ਦੀ ਵਿਧੀ ਵੀ ਲਿਖੀ। ਉਦਾਸੀਏ ਜਾਂ ਨਿਰਮਲੇ ਗ੍ਰੰਥੀ ਇਹ ਸਾਰਾ ਕੁਝ ਪੜ੍ਹਦੇ ਰਹੇ ਹਨ। ਹੈਰਾਨਗੀ ਦੀ ਗੱਲ ਦੇਖੋ, ਦਰਬਾਰ ਸਾਹਿਬ ਰਾਗਮਾਲਾ ਪੜ੍ਹੀ ਜਾਂਦੀ ਹੈ,
ਜਦ ਕਿ ਅਕਾਲ ਤਖਤ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ। ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਪੁਖਤਾ ਫੈਸਲੇ ਲੈਣ ਦਾ ਯਤਨ ਕੀਤਾ, ਪਰ ਵੋਟਾਂ ਦੀ ਰਾਜਨੀਤੀ ਕਰਕੇ ਉਹ ਸਾਰੇ ਫੈਸਲੇ ਖੂਹ ਖਾਤੇ ਪੈ ਜਾਂਦੇ ਰਹੇ। ਰਹਿਤ ਮਰਜ਼ਾਦਾ ਜਦੋਂ ਪਹਿਲੀ ਵਾਰੀ ਸਾਹਮਣੇ ਆਈ ਸੀ ਤਾਂ ਰਾਗਮਾਲਾ ਦਾ ਉੱਕਾ ਹੀ ਭੋਗ ਪਾ ਦਿੱਤਾ ਸੀ ਤੇ ਨਾਲ ਇਹ ਲਿਖ ਦਿੱਤਾ ਕਿ ਭੋਗ ਮੁਦਾਵਣੀ ਤੇ ਹੀ ਪਾਇਆ ਜਾਵੇ। ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੁਦਾਵਣੀ ਦੇ ਪੰਨਾ ਨੰਬਰ 212 ਤੇ ਲਿਖਦੇ ਹਨ, ਸ਼੍ਰੋਮਣੀ ਕਮੇਟੀ ਨੇ ਸਾਹਮਣੇ ਆਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਸੈਂਬਲੀ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਜੋ ਕੁਝ ਹੁੰਦਾ ਸੀ ਉਸ ਨੂੰ ਹਰ ਥਾਂ ਪਹਿਲਾਂ ਵਾਂਗ ਹੀ ਚੱਲਣ ਦਾ ਫੈਸਲਾ ਕਰ ਦਿੱਤਾ। ਇਸ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮੁਦਾਵਣੀ ਉੱਤੇ ਭੋਗ ਪਾਉਂਦੇ ਰਹੇ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਨੇ ਰਾਗਮਾਲਾ ਸੰਬੰਧਤ ਕੁਝ ਇਦਰਾਜ਼ ਦਿੱਤੇ ਹਨ। ਨੰਬਰ 1, ਮੁਦਾਵਣੀ ਮੁੰਦਣ ਮੋਹਰ ਛਾਪ ਲਾਉਣ ਦੀ ਕਿਰਿਆ। ਮੁਦਾਵਣੀ ਮਹੱਲਾ ਪੰਜਵਾਂ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗਪੁਰ ਪਾਠ ਹੈ, ਜਿਸ ਦਾ ਭਾਵ ਅੰਤਮ ਮੋਹਰ ਛਾਪ ਹੈ। ਸਮਾਪਤੀਪੁਰ ਮੁੰਦਣ ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮ ਗ੍ਰੰਥ ਦੇ ਪਾਠ ਦਾ ਭੋਗ ਹੈ। ਨੰਬਰ 2, ਮਾਧਵਾ ਨਾਲ ਕਾਮ ਕੰਦਲਾ ਦਾ ਪ੍ਰੇਮੀ, ਸੰਗੀਤ ਵਿਦਿਆ ਪੰਡਤ ਇੱਕ ਬ੍ਰਾਹਮਣ। ਨੰਬਰ 3, ਮਾਧਵਾ ਨਾਲ ਸੰਗੀਤ, ਮਾਧਵਾ ਨਾਲ ਗਵਈਏ ਦਾ ਬਣਾਇਆ ਸੰਗੀਤ ਸ਼ਾਸਤਰ, ਜਿਸ ਦਾ ਅਨੁਵਾਦ ਆਲਮ ਕਵੀ ਨੇ ਹਿੰਦੀ ਭਾਸ਼ਾ ਵਿੱਚ ਕੀਤਾ। ਨੰਬਰ 4, ਆਲਮ ਫਾਰਸੀ ਅਤੇ ਹਿੰਦੀ ਦਾ ਪ੍ਰਸਿੱਧ ਕਵੀ, ਜਿਸ ਨੇ ਸਨ 1640 ਹਿਜਰੀ ਸੰਮਤ 991 ਵਿੱਚ ਮਾਧਵਾ ਨਾਲ ਸੰਗੀਤ ਦਾ ਬ੍ਰਿਜ ਭਾਸ਼ਾ ਵਿੱਚ ਉਲੱਥਾ ਭਾਵ ਅਨੁਵਾਦ ਕੀਤਾ। ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ਕਾਮ ਕੰਦਲਾ ਇੱਕ ਵੈਸ਼ਯ ਨ੍ਰਿਤਕਾ ਜੋ ਰਾਗ ਵਿਦਿਆ ਵਿੱਚ ਵੱਡੀ ਨਿਪੁੰਨ ਸੀ, ਇਸ ਨਾਲ ਵਿਦਵਾਨ ਮਾਧਵਾ ਨਾਲ ਦਾ ਪ੍ਰੇਮ ਹੋ ਗਿਆ। ਨੰਬਰ 6, ਰਾਗਮਾਲਾ ਮਾਧਵਾ ਨਾਲ ਸੰਗੀਤ ਦੇ ਆਲਮ ਕਵੀ ਦੀ ਕ੍ਰਿਤ, ਹਿੰਦੀ ਅਨੁਵਾਦ ਵਿੱਚੋਂ ਇਹ ਰਚਨਾ ਲਈ ਗਈ ਹੈ। ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜੋ ਸਥਾਈ ਵਿਚਾਰਾਂ ਦੇ ਸੁਧਾਰ ਦੇ ਹਾਮੀ ਸਨ, ਉਹਨਾਂ ਦੇ ਵਿਰੁੱਧ ਅੰਗਰੇਜ਼ੀ ਸਰਕਾਰ ਨੇ ਮੁਕੱਦਮਾ ਬਣਾ ਕੇ ਰਾਜ ਗੱਦੀ ਤੋਂ ਲਾਹ ਦਿੱਤਾ ਤਾਂ ਸਿੱਖ ਸੰਗਤਾਂ ਨੇ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ। ਜੈਤੋ ਵਿਖੇ ਅਖੰਡ ਪਾਠ ਰੱਖਿਆ ਗਿਆ, ਸਰਕਾਰ ਨੇ ਵਿਘਨ ਪਾਇਆ। ਅਖੀਰ 21 ਜੁਲਾਈ 1925 ਨੂੰ 101 ਅਖੰਡ ਪਾਠ ਆਰੰਭ ਕੀਤੇ ਗਏ। ਜਦੋਂ ਅਖੰਡ ਪਾਠਾਂ ਦੀ ਸਮਾਪਤੀ ਹੋਈ ਤਾਂ ਪੰਥ ਦੀਆਂ ਪ੍ਰਸਿੱਧ ਹਸਤੀਆਂ ਦੇ ਨਾਲ ਬਾਬਾ ਅਤਰ ਸਿੰਘ ਵੀ ਸ਼ਾਮਲ ਹੋਏ ਤਾਂ ਉਦੋਂ ਭੋਗ ਮੁਦਾਵਣੀ ਤੇ ਹੀ ਪਾਏ ਗਏ ਸਨ। ਡਾਕਟਰ ਗੁਰਸ਼ਰਨਜੀਤ ਸਿੰਘ ਨੇ ਲਿਖਿਆ ਤਾਂ ਪਾਠ ਭੇਦਾਂ ਸੰਬੰਧੀ ਹੈ, ਪਰ ਵਿਚਾਰ ਇੱਥੇ ਬੜੇ ਢੁਕਵੇਂ ਹਨ। ਇਸ ਤੋਂ ਪਹਿਲਾਂ ਕਿ ਬੇਗਾਨੇ ਸਾਡੇ ਧਰਮ ਗ੍ਰੰਥ ਉੱਪਰ ਉਂਗਲ ਉਠਾਉਣ, ਸਾਨੂੰ ਪੰਥਕ ਤੌਰ ਤੇ ਯਤਨ ਕਰਕੇ ਐਸੇ ਪਾਠ ਭੇਦਾਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਨਾ ਤਾਂ ਮਿਹਣੇ ਵਾਲੀ ਅਤੇ ਨਾ ਹੀ ਸ਼ਰਮ ਵਾਲੀ ਗੱਲ ਹੈ। ਸਭ ਧਰਮ ਗ੍ਰੰਥਾਂ ਵਿੱਚ ਸਮੇਂ ਦੇ ਨਾਲ ਮਿਲਾਵਟ ਹੁੰਦੀ ਆਈ ਹੈ। ਸੂਝਵਾਨ ਕੌਮਾਂ 4 ਸਦੀਆਂ ਤੀਕ ਅਜਿਹੇ ਗੰਭੀਰ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰਦੀਆਂ। ਹੱਠ ਛੱਡ ਕੇ ਆਪਣੀ ਸੋਚ ਨੂੰ ਖੁੱਲ੍ਹਾ ਕਰਨ ਨਾਲ ਮਸਲੇ ਹੱਲ ਹੋ ਸਕਦੇ ਹਨ। ਵਿਦਵਾਨਾਂ ਨੂੰ ਨਿੰਦਣ ਨਾਲ ਕੋਈ ਫਾਇਦਾ ਨਹੀਂ। ਗੁਰੂ ਗ੍ਰੰਥ ਸਾਹਿਬ ਪਰੰਪਰਾ ਅਤੇ ਇਤਿਹਾਸ ਪੰਨਾ 200। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥ ਦੀਆਂ ਪ੍ਰਤੀਨਿਧ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦੀ ਵਿਚਾਰ ਗੋਸ਼ਟੀਆਂ ਕਰਾ ਕੇ ਗੁਰਬਾਣੀ ਨਾਲ ਸੰਬੰਧਿਤ ਅਜਿਹੇ ਗੰਭੀਰ ਵਿਸ਼ਿਆਂ ਰਾਗਮਾਲਾ, ਪਾਠ ਭੇਦ, ਪਠੰਤਰਾਂ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਹੋਰ ਸਰੋਤ ਗ੍ਰੰਥਾਂ ਸੰਬੰਧੀ ਪੁਣਛਾਣ ਕਰਕੇ ਠੋਸ ਫੈਸਲੇ ਕਰਨ। ਇਨ੍ਹਾਂ ਸੰਸਥਾਵਾਂ ਦੇ ਉਪਰਾਲੇ ਨਾਲ ਪੰਥ ਵਿੱਚ ਏਕਤਾ ਦਾ ਆਧਾਰ ਪੱਕਾ ਹੋਵੇਗਾ। ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਨਾਲ ਸਿੱਖ ਸਿਧਾਂਤ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਫਰੀਦਾ ਕੁ ਕਹਿੰਦਿਆਂ ਝਾਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੇ ਚਿੱਤ। ਪੰਨਾ 1378। ਬੜਾ ਵੱਡਾ ਦੁਖਾਂਤ ਹੈ ਕਿ ਗੁਰੂ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। 1429 ਪੜ੍ਹਨ ਉਪਰੰਤ ਉਸੇ ਵਕਤ ਹੀ ਇਹ ਪੜ੍ਹਿਆ ਜਾਂਦਾ ਹੈ, ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁੱਤ, ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾਵੀ। 1430
ਕੀ ਅਸੀਂ ਸੁੱਤੇ ਸਿੱਧ ਕਿਤੇ ਗੁਰਬਾਣੀ ਦਾ ਨਿਰਾਦਰ ਨਹੀਂ ਕਰ ਰਹੇ? ਕੌਮੀ ਮਸਲਾ ਹੈ, ਇਸ ਨੂੰ ਕੌਮ ਹੀ ਹੱਲ ਕਰ ਸਕਦੀ ਹੈ। ਭੁੱਲ ਚੁੱਕ ਲਈ ਖਿਮਾ। ਲੇਖਕ ਗਿਆਨੀ ਗੁਰਬਚਨ ਸਿੰਘ ਪੰਨਵਾ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।